ਨਿਤ ਧਿਆਵੋ ਜੀ ਹਿਰਦੈ ਨਿਤ ਧਿਆਵੋ। ਸ੍ਰੀ ਗੁਰ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰ ਕਰੁਣਾ ਐਨ ਕੀ। ਚਰਨ ਕਵਲ ਲੈ ਤੂਰ, ਨਿਜ ਮਨ ਮੁਖ ਰਹਿ ਮਾਂਝ ਕੈ। ਕਹੋ ਕਥਾ ਰਸ ਰੂਰ, ਸ੍ਰੀ ਗੁਰ ਕਰੁਣਾ ਐਨ ਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ, ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਕਰਮਾਂ ਵਾਲੇ, ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ, ਜੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸੰਧਿਆ ਦੇ ਸਮੇਂ ਦੇ ਸੁੰਦਰ ਦਰਬਾਰ ਦੀਵਾਨ ਸੱਜੇ ਹਨ। ਆਪ ਸੰਗਤਾਂ ਨੇ ਗੁਰੂ ਮਹਾਰਾਜ ਜੀ ਦੇ ਤੁਰਕੀ ਬਾਣੀ ਦੇ ਜਾਪ ਸਰਵਣ ਕੀਤੇ ਹਨ। ਹੁਣ ਜੋ ਗੁਰੂ ਨਾਨਕ ਸਾਹਿਬ ਜੀ ਦੀ ਲੜੀਵਾਰ ਕਥਾ ਚੱਲ ਰਹੀ ਹੈ, ਉਸ ਕਥਾ ਦਾ ਸਮਾਂ ਹੋਇਆ ਹੈ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨਵਾਬ ਦੌਲਤ ਖਾਂ ਦੇ ਨਾਲ ਕਾਜੀ ਸਮੇਤ ਹੋਰ ਵੀ ਚਾਰੇ ਵਰਨਾਂ ਦੇ ਲੋਕ ਗਏ ਸਨ ਮਸਜਿਦ ਵਿੱਚ। ਉੱਥੇ ਨਮਾਜ਼ ਪੜ੍ਹਨਾ ਕੀਤੀ। ਗੁਰੂ ਮਹਾਰਾਜ ਖੜੇ ਰਹੇ। ਅਖੀਰੀ ਜਿਹੜਾ ਨਵਾਬ ਨਵਾਜ਼ ਪੂਰੀ ਕਰਕੇ ਮਹਾਰਾਜ ਜੀ ਨੂੰ ਕਹਿਣ ਲੱਗਾ ਕਿ ਤੁਸਾਂ ਨੇ
ਸਾਡੇ ਨਾਲ ਨਮਾਜ਼ ਕਿਉਂ ਨਹੀਂ ਪੜ੍ਹੀ ਹੈ। ਮਹਾਰਾਜ ਕਹਿੰਦੇ ਵੀ ਨਮਾਜ਼ ਅਸੀਂ ਕਿਸੇ ਨਾਲ ਕਰਦੇ ਵੀ ਤੁਸੀਂ ਮਨ ਵਿੱਚ ਥੋੜ੍ਹੀ ਸ਼ਰਮ ਕਰੋ ਵੀ ਨਮਾਜ਼ ਕਿਸ ਨਾਲ ਅਸੀਂ ਪੜ੍ਹਦੇ। ਉਸ ਵਕਤ ਦੇ ਤੇਰਾ ਜਿਹੜਾ ਮਨ ਸੀ ਜਿਹਦੇ ਨਾਲ ਨਮਾਜ਼ ਪੜ੍ਹਨੀ ਸੀ, ਉਹਦੇ ਕਾਬਲ ਕੰਧਾਰ ਵੱਲ ਬੜੇ ਚੰਚਲ ਜਿਹੜੇ ਘੋੜੇ ਖਰੀਦਣ ਗਿਆ ਹੋਇਆ ਸੀ। ਫਿਰ ਕਿਹਨਾਂ ਨਮਾਜ਼ ਪੜ੍ਹਦੇ। ਉਹ ਮਨ ਤੇ ਮਸੀਤ ਵਿੱਚ ਰੱਖਿਆ ਨਹੀਂ, ਸਰੀਰ ਭਾਵੇਂ ਸੀ। ਜਦੋਂ ਯਥਾਰਥ ਬਚਨ ਮਹਾਰਾਜ ਜੀ ਨੇ ਕਹੇ, ਇਹ ਹੈਰਾਨ ਹੋ ਗਿਆ। ਕੋਲ ਹੀ ਖੜਾ ਜਿਹੜਾ ਕਾਜੀ, ਉਹ ਬੜਾ ਔਖਾ ਹੋਇਆ। ਕਹਿੰਦਾ ਠੀਕ ਹੈ, ਨਵਾਬ ਨੇ ਨਹੀਂ ਜੇ ਪੜ੍ਹੀ ਹੈ ਮਨ ਕਰਕੇ ਨਮਾਜ਼, ਮੇਰਾ ਮਨ ਤੇ ਹੈ ਸੀ ਨਾ ਇੱਕ ਥਾਂ, ਮੈਂ ਤੇ ਪੜ੍ਹਦਾ ਪਿਆ ਸੀ। ਗੱਲ ਕੀ ਵਿਚਲੀ ਕਿ ਆਪਣੇ ਜਿਹੜੇ ਪਾਜ ਉਹੀ ਅਘੇੜਨਾ ਚਾਹੁੰਦਾ ਸੀ, ਚੁੱਪਕਾਰ ਰਹਿੰਦਾ ਤੇ ਮਹਾਰਾਜ ਉਹਦੇ ਬਾਰੇ ਨਾ ਕੁਝ ਬੋਲਦੇ। ਗੁਰੂ ਜੀ ਕਹਿਣ ਲੱਗੇ ਵੀ ਕਾਜੀ ਜੀ, ਤੁਸੀਂ ਤੇ ਜਿਹੜਾ ਤੁਹਾਡਾ ਮਨ ਉਹਦੇ ਘਰ ਵਿੱਚ ਗਿਆ ਹੋਇਆ ਸੀ। ਤੁਹਾਡੀ ਆ ਘੋੜੀ ਨੇ ਸਵੇਰੇ ਅੱਜ ਵਛੇਰਾ ਜੰਮਿਆ ਹੈ ਤੇ ਤੁਹਾਨੂੰ ਪਾਸ ਹੀ ਇੱਕ ਟੋਇਆ ਸੀ, ਤੁਹਾਨੂੰ ਡਰ ਹੈ ਕਿ ਉਹ ਕਿਤੇ ਉਹਦੇ ਵਿੱਚ ਨਾ ਡਿੱਗ ਪਵੇ। ਤੁਹਾਡਾ ਮਨ ਤੇ ਉੱਥੇ ਉਹ ਵਛੇਰੇ ਨਾਲ ਤੁਰਿਆ ਫਿਰਦਾ ਰਿਹਾ ਹੈ ਤੇ ਨਮਾਜ਼ ਕਿਵੇਂ ਪੜ੍ਹੀ ਹੈ। ਫਿਰ ਨਵਾਬ ਨੇ ਕੋਲੋਂ ਕਿਹਾ ਵੀ ਜੋ ਕਾਜੀ ਸੱਚ ਉਹ ਦੱਸ, ਵੀ ਮਹਾਰਾਜ ਨੇ ਕਿਹਾ ਜੋ ਠੀਕ ਹੀ ਕਿਹਾ ਹੈ। ਕਹਿੰਦਾ ਵੀ ਹਾਂ ਬਿਲਕੁਲ ਠੀਕ ਹੈ। ਫਿਰ ਨਵਾਬ ਦੌਲਤ ਖਾਂ ਮਹਾਰਾਜ ਜੀ ਦੇ ਚਰਨੀ ਪੈ ਗਿਆ, ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਸਾਨੂੰ ਬਖਸ਼ੋ, ਅਸੀਂ ਬੇਸਮਝ ਲੋਕ ਤੁਹਾਡੀ ਮਹਿਮਾ ਨਹੀਂ ਜਾਣ ਸਕੇ। ਜਿਹੜੀਆਂ ਕੋਈ ਪਹਿਲਾਂ ਗਲਤੀਆਂ ਭੁੱਲਾਂ ਹੋਈਆਂ ਉਹਨਾਂ ਨੂੰ ਬਖਸ਼ੋ। ਆਪ ਜੀ ਨੂੰ ਬੋਲਦਾ ਰਿਹਾ ਮੈਂ ਕਿ ਆਪ ਜੀ ਉੱਠ ਕੇ ਆ ਜਾਓ ਮਸਾਣਾ ਵਿੱਚੋਂ, ਨਹੀਂ ਤੇ ਫੜ ਕੇ ਲੈ ਕੇ ਆਵਾਂਗੇ ਗ੍ਰਿਫਤਾਰ ਕਰਕੇ। ਆਪ ਜੀ ਕਿੰਨੀ ਵਾਰ ਮੇਰੇ ਇੱਥੇ ਮਹਿਲਾਂ ਵਿੱਚ ਆਏ ਹੋ, ਤੁਹਾਡਾ ਮਹਾਰਾਜ ਸਤਿਕਾਰ ਨਾ ਕਰ ਸਕਿਆ। ਮੋਦੀ ਸਮਝ ਛੱਡਿਆ ਆਪ ਜੀ ਨੂੰ ਆਪਣਾ ਕੰਮ ਕਰਨ ਵਾਲਾ। ਮੇਰੀ ਮਹਾਰਾਜ ਭੁੱਲ ਬਖਸ਼ੋ ਤੇ ਮਨ ਮੇਰੇ ਨੂੰ ਸਿੱਖਿਆ ਦਿਓ, ਉਪਦੇਸ਼ ਦਿਓ ਮੈਨੂੰ। ਫਿਰ ਗੁਰੂ ਜੀ ਨੇ ਮਹਾਨ ਉਪਦੇਸ਼ ਕੀਤਾ। ਉਹ ਪ੍ਰਸੰਗ ਆਪਾਂ ਸਰਵਣ ਕੀਤਾ ਹੈ ਸੰਪੂਰਨ। ਅੱਗੇ ਜਿਵੇਂ ਕਥਾ ਵਿਚਾਰ ਆ ਰਹੀ ਹੈ ਕਿ ਗੁਰੂ ਜੀ ਦੇ ਸਹੁਰਾ ਮੂਲ ਚੰਦ ਸੱਸ ਚੰਦੋ ਰਾਣੀ ਆ ਗਏ। ਮਹਾਰਾਜ ਜੀ ਨੂੰ ਬੋਲ ਕਬੋਲ ਬੋਲਣੇ ਸ਼ੁਰੂ ਕਰ ਦਿੱਤੇ। ਅਤੇ ਕਿਉਂਕਿ ਜਿਹੜੇ ਅਗਿਆਨੀ ਪੁਰਸ਼ ਹੁੰਦੇ ਆ, ਸੰਸਾਰੀ ਲੋਕ, ਉਹ ਭਲਿਆਂ ਪੁਰਸ਼ਾਂ ਨਾਲ ਇਸੇ ਤਰ੍ਹਾਂ ਹੀ ਬੋਲਦੇ ਆ। ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੁੰਦਾ ਕਿ ਜਿਸ ਨਾਲ ਗੱਲ ਕਰ ਰਹੇ ਹਾਂ ਉਹ ਕੀ ਹੈ, ਕੌਣ ਹੈ, ਕੈਸਾ ਹੈ। ਉਹ ਤਾਂ ਆਪਣੀਆਂ ਜਿਹੜੀਆਂ ਗੱਲਾਂ ਉਹ ਕਰ ਜਾਂਦੇ ਆ। ਗੁਰੂ ਨਾਨਕ ਸਾਹਿਬ ਜੀ ਦੇ ਸ਼ਾਂਤ ਰਹਿੰਦੇ ਹੈ। ਬ੍ਰਹਮ ਗਿਆਨ ਦਾ ਸਰੂਪ ਮਹਾਰਾਜ, ਵੱਡਿਆਂ ਜਾਣ ਕੇ ਕੁਝ ਬੋਲਦੇ ਨਹੀਂ, ਇਹ ਪਰ ਬੋਲੋਂ ਹਟਦੇ ਨਹੀਂ ਹੈ। ਬੜਾ ਕੁਝ ਗੁਰੂ ਜੀ ਨੂੰ ਬੋਲਦੇ ਹੈ। ਜੇ ਚਾਹੁੰਦੇ ਗੁਰੂ ਸੱਚੇ ਪਾਤਸ਼ਾਹ ਇੱਕ ਬਚਨ ਬੋਲ ਦਿੰਦੇ ਤੇ ਮੂਲ ਚੰਦ ਦੇ ਚੰਦੋ ਰਾਣੀ ਦੀ ਕੀ ਹਿੰਮਤ ਸੀ ਕਿ ਅੱਗੋਂ ਜਵਾਬ ਵੀ ਦੇ ਜਾਂਦੇ। ਇਹ ਤਾਂ ਮਹਾਰਾਜ ਆਪਣੀ ਮੌਜ ਵਿੱਚ ਹੀ ਹੈ ਅਤੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਜਿਹੜੇ ਵੀ ਪਰਮਾਰਥ ਦੇ ਰਾਹ 'ਤੇ ਪੈਂਦੇ ਉਹਨਾਂ ਨਾਲ ਇਸੇ ਤਰ੍ਹਾਂ ਹੀ ਅਗਿਆਨੀ ਲੋਕ ਕਰਦੇ ਹੈ। ਜੇ ਤੁਸੀਂ ਰੱਬ ਦੇ ਰਸਤੇ ਪਾਓਗੇ ਤਾਂ ਘਰ ਵਾਲੇ ਵੀ ਉਹ ਉਲਟੇ ਹੋ ਜਾਣਗੇ, ਸਹੁਰੇ ਆਦਿਕ ਵੀ, ਹੋਰ ਪਿੰਡ ਦੇ ਲੋਕ ਵੀ, ਇਲਾਕਿਆਂ ਦੇ ਲੋਕ ਵਿਰੁੱਧ ਹੋ ਜਾਣਗੇ ਤੁਹਾਡੇ। ਪਰ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹ ਸੱਚਾ ਮਾਰਗ ਤੁਸਾਂ ਨੇ ਨਹੀਂ ਛੱਡਣਾ ਹੈ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਆਪਣਾ ਗੁਣ ਨਹੀਂ ਗਵਾਉਣਾ। ਉਹ ਸੇਵਾ ਸਿਮਰਨ ਵਾਲਾ ਤੇ ਗੁਰੂ ਦੇ ਮਾਰਗ 'ਤੇ ਪੈ ਕਰਕੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਹੈ। ਅਗਿਆਨੀ ਲੋਕ ਇਹੋ ਜਿਹਾ ਬੋਲ ਕਬੋਲ ਬੋਲਦੇ ਰਹਿਣਗੇ
ਬੋਲਦੇ ਆਏ ਆ, ਬੋਲਦੇ ਰਹਿਣਗੇ, ਅੱਗੇ ਵੀ ਬੋਲਣਗੇ, ਹੁਣ ਵੀ ਬੋਲਦੇ ਆ। ਪਰ ਜਿਹੜਾ ਮਾਰਗ ਹੈ ਆਪਣਾ ਉਹ ਨਹੀਂ ਛੱਡਣਾ, ਤਿਆਗਣਾ ਹੈ। ਇਹ ਗੁਰੂ ਜੀ ਨੇ ਸਾਨੂੰ ਸਿੱਖਿਆ ਆਪਣੇ ਉੱਪਰ ਹੰਢਾ ਕੇ ਫਿਰ ਸਾਨੂੰ ਸਿੱਖਿਆ ਦਿੱਤੀ ਵੀ ਇਹ ਜੀਵਨ ਵਿੱਚ ਰਹਿੰਦਿਆਂ ਸੱਚੇ ਮਾਰਗ ਚੱਲਦਿਆਂ ਬਹੁਤ ਜਿਹੜੇ ਇਹੋ ਜਿਹੇ ਵਖੇੜੇ ਝਗੜੇ ਆਉਂਦੇ ਆ, ਪਰਿਵਾਰਾਂ ਵੱਲੋਂ ਵੀ, ਰਿਸ਼ਤੇਦਾਰਾਂ ਵੱਲੋਂ ਵੀ, ਸਾਰੇ ਬੋਲ ਕਬੋਲ ਬੋਲਦੇ ਆ। ਪਰ ਇਸ ਮਾਰਗ ਤੋਂ ਨਹੀਂ ਥੜਕਣਾ ਹੈ ਅਤੇ ਆਪਣੀ ਮੰਜ਼ਿਲ 'ਤੇ ਪਹੁੰਚਣਾ ਹੈ। ਗੁਰੂ ਜੀ ਦੇ ਸੱਸ ਅਤੇ ਸਹੁਰਾ ਆ ਕੇ ਜਿਵੇਂ ਬੋਲਦੇ ਆ ਬੋਲ ਕਬੋਲ, ਉਹ ਪ੍ਰਸੰਗ ਆ ਜਾ ਰਿਹਾ, ਆਪਾਂ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਜਿਵੇਂ ਵੀ ਪ੍ਰਸੰਗ ਆਉਂਦਾ ਆਪਾਂ ਸਰਵਣ ਕਰੀਏ, ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰ ਕਰੁਣਾ ਐਨਕੀ। ਪ੍ਰਸੰਗ ਨੂੰ ਆਰੰਭ ਕਰਨ ਤੋਂ ਪਹਿਲਾਂ ਕਵੀ ਸਾਹਿਬ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਕਮਲਾਂ ਦੀ ਮਹਿਮਾ ਕਰਦੇ ਹਨ। ਸੋਭਾ ਵਾਲੇ ਜੋ ਗੁਰੂ ਨਾਨਕ ਸਾਹਿਬ ਜੀ ਹਨ ਉਹ ਤੇ ਕਿਰਪਾ ਦੇ ਘਰ ਹਨ, ਦਇਆ ਦੇ ਘਰ ਹਨ। ਐਸੇ ਗੁਰੂ ਜੀ ਦੇ ਚਰਨਾਂ ਦੀ ਚਰਨ ਕਵਲ ਲੈ ਤੂਰ। ਗੁਰੂ ਜੀ ਦੇ ਚਰਨਾਂ ਕਵਲਾਂ ਦੀ ਮੈਂ ਕਵੀ ਪ੍ਰਤੱਖ ਤੌਰ 'ਤੇ ਵੀ ਧੂੜ ਲੈ ਕਰਕੇ, ਇਸੇ ਤਰ੍ਹਾਂ ਸ਼ਰਧਾ ਰੂਪੀ ਧੂੜ ਨੂੰ ਲੈ ਕਰਕੇ ਨਿਜ ਮਨ ਮੁਕਰਹਿ ਮਾਂਝ ਕੈ। ਆਪਣਾ ਜਿਹੜਾ ਮਨ ਹੈ ਉਸ ਨੂੰ ਗੁਰੂ ਜੀ ਦੇ ਇਹ ਜਿਹੜੇ ਚਰਨ ਹਨ ਉਹਨਾਂ ਚਰਨਾਂ ਦੀ ਜਿਹੜੀ ਧੂੜੀ ਹੈ ਉਹਦੇ ਨਾਲ ਮਾਂਜ ਕੇ, ਜਿਹੜਾ ਮਨ ਕੀ ਹੈ ਸ਼ੀਸ਼ਾ, ਜਿਵੇਂ ਮਨ ਨੂੰ, ਜਿਵੇਂ ਸ਼ੀਸ਼ੇ ਨੂੰ ਉਹ ਥੰਧਿਆਈ ਵਾਲੇ ਹੱਥ ਲੱਗ ਜਾਣ ਜਾਂ ਧੂੜਾ ਆਦਿਕ ਕਚਰਾ ਪੈ ਜਾਵੇ, ਉਹ ਸ਼ੀਸ਼ੇ ਵਿੱਚ ਬਾਅਦ ਮੁੱਖ ਨਹੀਂ ਸਹੀ ਦਿਸਦਾ ਹੈ, ਆਪਣਾ ਚਿਹਰਾ ਸਹੀ ਨਹੀਂ ਨਜ਼ਰ ਆਉਂਦਾ ਹੈ, ਧੁੰਦਲਾ ਧੁੰਦਲਾ ਦਿਖਦਾ ਹੈ। ਮਨ ਵੀ ਇਸੇ ਤਰ੍ਹਾਂ ਥੰਧਿਆਈ ਨਾਲ ਭਰਿਆ ਹੈ, ਪਾਪਾਂ ਦਾ ਇਹਨੂੰ ਕਚਰਾ ਚੜ੍ਹਿਆ ਹੋਇਆ ਹੈ, ਇਹਨੂੰ ਹੰਕਾਰ ਦੀ ਇਹਨੂੰ ਥੰਧਿਆਈ ਚੜ੍ਹੀ ਹੋਈ ਹੈ। ਮੈਂ ਦੀ ਇਹਦੇ ਅੰਦਰ ਬਹੁਤ ਥੰਧਿਆਈ ਲੱਗੀ ਹੋਈ। ਜਿਵੇਂ ਸ਼ੀਸ਼ੇ ਨੂੰ ਥੰਧਿਆਈ ਲੱਗੀ ਹੋਵੇ, ਮੁੱਖ ਨਹੀਂ ਦਿਸਦਾ ਹੈ, ਮੂੰਹ ਨਹੀਂ, ਚਿਹਰਾ ਨਹੀਂ ਦਿਸਦਾ ਹੈ। ਜਦੋਂ ਮਨ ਨੂੰ ਥੰਧਿਆਈ ਲੱਗੀ ਹੈ ਵਿਸ਼ਿਆਂ ਵਿਕਾਰਾਂ ਦੀ, ਪਾਪਾਂ ਦੀ, ਅਹੰ ਬੁੱਧੀ ਦੀ, ਉਹਦੇ ਵਿੱਚ ਜਿਹੜਾ ਆਪਣਾ ਨਿਜ ਸਰੂਪ, ਆਤਮ ਸਰੂਪ ਉਹ ਨਹੀਂ ਦਿਸ ਸਕਦਾ। ਉੱਧਰ ਸ਼ੀਸ਼ੇ ਨੂੰ ਜਿਵੇਂ ਅੱਜ ਕੱਲ੍ਹ ਤੇ ਸਪਰੇਆਂ ਆ ਗਈਆਂ ਜਾਂ ਪਾਊਡਰ ਆਦਿਕ ਮਾਰ ਕੇ ਸਾਫ਼ ਕਰ ਲਈਦਾ ਹੈ ਅਤੇ ਫਿਰ ਉਹਦੇ ਵਿੱਚ ਮੁੱਖ ਦਿਸਣਾ ਸ਼ੁਰੂ ਹੋ ਜਾਂਦਾ ਹੈ, ਨਜ਼ਰ ਆਉਣ ਲੱਗ ਪੈਂਦਾ ਚਿਹਰਾ। ਇਸੇ ਤਰ੍ਹਾਂ ਜਿਹੜਾ ਆਪਣਾ ਮਨ ਹੈ, ਕਵੀ ਸਾਹਿਬ ਜੀ ਕਹਿੰਦੇ ਹੈ, ਜਿਸ ਨੂੰ ਵਿਸ਼ਿਆਂ ਵਿਕਾਰਾਂ ਦੀ, ਪਾਪਾਂ ਦੀ, ਅਹੰ ਬੁੱਧੀ ਦੀ ਜਿਹੜੀ ਥੰਧਿਆਈ ਲੱਗੀ ਹੋਈ ਹੈ, ਐਸੇ ਆਪਣੇ ਮਨ ਸ਼ੀਸ਼ੇ ਨੂੰ ਗੁਰੂ ਜੀ ਦੇ ਚਰਨਾਂ ਦੀ ਧੂੜੀ ਨੂੰ ਲੈ ਕਰਕੇ, ਸ਼ਰਧਾ ਰੂਪੀ ਧੂੜੀ ਨੂੰ ਲੈ ਕਰਕੇ ਚੰਗੀ ਤਰ੍ਹਾਂ ਮਾਂਜ ਕੇ ਕਹਾ ਕਥਾ ਰਸ ਰੂਰ। ਜਿਹੜੀ ਸਤਿਗੁਰੂ ਨਾਨਕ ਸਾਹਿਬ ਜੀ ਦੀ ਕਥਾ ਰਸ, ਬੜੀ ਪ੍ਰੇਮ ਰਸ ਵਾਲੀ, ਪ੍ਰੇਮ ਭਰੀ, ਬੜੀ ਸੋਹਣੀ ਕਥਾ ਹੈ, ਆਤਮਿਕ ਰਸ ਵਾਲੀ, ਉਹ ਮੈਂ ਕਵੀ ਕਹਿੰਦਾ ਹਾਂ। ਜੋ ਪਈ ਬਾਲੇ ਕੋ ਮੁਖ ਸਸਹਿ ਸੁਦਾਸੀ। ਕਹਿ ਰਹੇ ਹਨ ਕਵੀ ਭਾਈ ਸੰਤੋਖ ਸਿੰਘ ਜੀ ਕਿ ਜੋ ਭਾਈ ਬਾਲਾ ਜੀ ਕਥਾ ਸੁਣਾ ਰਹੇ ਹੈ, ਉਹਨਾਂ ਦਾ ਜਿਹੜਾ ਮੁਖ ਹੈ ਉਹ ਤੇ ਚੰਦਰਮਾ
ਪੂਰਨਮਾਸ਼ੀ ਦੇ ਚੰਦਰਮਾ ਵਰਗਾ ਹੈ ਮੁਖ। ਕਥਾ ਕਹਿਤ ਸ੍ਰੀ ਅੰਗਦ ਪਾਸੀ। ਚੰਦਰਮਾ ਵਰਗੇ ਮੁਖ ਤੋਂ ਜਿਹੜੀ ਅੰਮ੍ਰਿਤ ਰੂਪ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਹੈ, ਗੁਰੂ ਅੰਗਦ ਦੇਵ ਮਹਾਰਾਜ ਜੀ ਪਾਸ ਭਾਈ ਬਾਲਾ ਜੀ ਕਹਿ ਰਹੇ ਹਨ, ਸੁਣਾ ਰਹੇ ਹਨ। ਪ੍ਰੇਮ ਮਗਨ ਕਬ ਕਬ ਹੋਏ ਜਾਵਹਿ। ਗੁਰੂ ਅੰਗਦ ਦੇਵ ਜੀ ਜਦੋਂ ਕਥਾ ਸੁਣਦੇ ਹੈ, ਕਦੀ ਕਦੀ ਤੇ ਪ੍ਰੇਮ ਵਿੱਚ ਲੀਨ ਹੋ ਜਾਂਦੇ ਹੈ, ਸਮਾਧੀ ਲੀਨ ਹੋ ਜਾਂਦੇ ਹਨ। ਲਗਹਿ ਸਮਾਦ ਅਡੋਲ ਸੁਹਾਵਹਿ। ਇਹ ਜਦੋਂ ਕਥਾ ਸੁਣਦੇ ਐਸੀ ਸਮਾਧੀ ਅਡੋਲ ਲੱਗ ਜਾਂਦੀ ਹੈ, ਕੋਈ ਜਿਹੜਾ ਫੁਰਨਾ ਨਹੀਂ ਰਹਿ ਜਾਂਦਾ ਹੈ, ਅੱਖਾਂ ਬੰਦ ਹੋ ਜਾਂਦੀਆਂ, ਨੇਤਰ ਅਡੋਲ ਸਰੀਰ ਹੋ ਜਾਂਦਾ, ਚੌਂਕੜਾ ਇੱਕਦਮ ਲੱਗ ਜਾਂਦਾ ਹੈ। ਬੜੇ ਸੋਭਦੇ ਹਨ ਮਹਾਰਾਜ ਸਮਾਧੀ ਵਿੱਚ। ਗੋਹਰ ਬਿਲੋਚਨਾ ਖੋਲਹਿ ਜਬਹਿ। ਫਿਰ ਜਦੋਂ ਸਮਾਧੀ ਤੋਂ ਉਥਾਨ ਹੁੰਦੇ ਹੈ ਤੇ ਆਪਣੇ ਨੇਤਰ ਖੋਲਦੇ ਹਨ ਗੁਰੂ ਅੰਗਦ ਦੇਵ ਜੀ। ਬਾਲਾ ਕਹਿਣਾ ਲੱਗਹਿ ਪੁਨ ਤਬਹਿ। ਉਸੇ ਵੇਲੇ ਭਾਈ ਬਾਲਾ ਜੀ ਪਵਿੱਤਰ ਕਥਾ, ਸੋਹਣੀ ਕਥਾ ਨੂੰ ਕਹਿਣ ਲੱਗ ਪੈਂਦੇ ਹਨ। ਕਰਨ ਪੁਟਣ ਸੰਗ ਪੀਰ ਹੈ ਸਰੋਤੇ। ਜਿਹੜੇ ਉੱਥੇ ਸਰੋਤੇ ਹਨ, ਸੁਣਨ ਵਾਲੇ ਕਥਾ, ਭਾਈ ਪੈੜਾ ਮੁਖਾ, ਗੁਰੂ ਅਮਰਦਾਸ ਜੀ, ਬਾਬਾ ਬੁੱਢਾ ਸਾਹਿਬ ਜੀ ਇਤਿਆਦਿਕ ਜਿਹੜੇ ਸਰੋਤੇ ਹਨ, ਉਹ ਕੰਨਾਂ ਰੂਪੀ ਡੋਨਿਆਂ ਦੇ ਨਾਲ ਅੰਮ੍ਰਿਤ ਰੂਪ ਕਥਾ ਨੂੰ ਪੀਂਦੇ ਛਕਦੇ ਹਨ। ਅਮੀ ਸਮਾਨ ਤ੍ਰਿਪਤ ਨਹਿ ਹੋਤੇ। ਗੁਰੂ ਸਾਹਿਬ ਜੀ ਦੀ ਜਿਹੜੀ ਕਥਾ ਉਹਦੇ ਅੰਮ੍ਰਿਤ ਸਮਾਨ ਹੈ। ਉਹ ਸਰੋਤੇ ਕੰਨਾਂ ਰੂਪੀ ਡੋਨਿਆਂ ਨਾਲ ਅੰਮ੍ਰਿਤ ਰੂਪੀ ਸੋਨਾ ਇਹ ਕਥਾ ਸੁਣਦੇ ਹੈ। ਕਥਾ ਸੁਣਦੇ ਸੁਣਦੇ ਰੱਜਦੇ ਨਹੀਂ ਹਨ। ਸ੍ਰੀ ਬਾਲਾ ਸੰਤੁਰਵਾਚ ਚੌਪਈ। ਸ੍ਰੀ ਨਾਨਕ ਕਿੰਕਰ ਸੁਖ ਰਾਸਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਆਪਣੇ ਦਾਸਾਂ ਨੂੰ ਸਮੂਹ ਸੁਖ ਦੇਣ ਵਾਲੇ, ਬਖਸ਼ਣ ਵਾਲੇ ਹਨ। ਰਹਿ ਬੈਸ ਪੁਨ ਸੁਸਾ ਅਵਾਸਾ। ਇਸ ਤਰ੍ਹਾਂ ਆਪਣੀ ਜਿਹੜੀ ਭੈਣ ਵੱਡੀ ਨਾਨਕੀ ਹੈ, ਉਹਦੇ ਘਰ ਵਿੱਚ ਗੁਰੂ ਜੀ ਬੈਠੇ ਰਹਿੰਦੇ ਹਨ। ਜਨ ਬੈਰਾਗ ਧਾਰ ਨਿਜ ਦੇਹਾ। ਮਾਨੋ ਕਿ ਜਿਹੜਾ ਬੈਰਾਗ ਹੈ, ਤਿਆਗ ਹੈ, ਉਸ ਨੇ ਜਿਹੜਾ ਹੈ ਆਪਣਾ ਸਰੂਪ ਧਾਰਨ ਕੀਤਾ ਹੋਇਆ ਹੈ। ਭਾਵ ਗੁਰੂ ਨਾਨਕ ਸਾਹਿਬ ਜੀ ਜੋ ਹਨ, ਮਾਨੋ ਕਿ ਬੈਰਾਗ ਨੇ ਆਪਣਾ ਸਰੂਪ ਧਾਰਨ ਕੀਤਾ ਹੈ। ਪ੍ਰਗਟ ਦਿਖਾਵਤ ਜਗਤ ਅਨੇਹਾ। ਜਗਤ ਵਿੱਚ ਪ੍ਰਗਟ ਰੂਪ ਵਿੱਚ ਹੀ ਆਪਣੇ ਆਪ ਨੂੰ ਇਹ ਸੰਸਾਰ ਤੋਂ ਨਿਰਮੋਹ ਦਿਖਾ ਰਿਹਾ ਬੈਰਾਗ। ਕਿਦਾਂ ਸ਼ਾਂਤ ਰਸ ਧਾਰ ਸਰੂਪ। ਜਾਂ ਤੇ ਜਿਹੜਾ ਸ਼ਾਂਤ ਰਸ ਹੈ, ਉਸ ਨੇ ਗੁਰੂ ਨਾਨਕ ਸਾਹਿਬ ਜੀ ਦਾ ਸੁੰਦਰ ਸਰੂਪ ਧਾਰਨ ਕੀਤਾ ਵੀ ਹਰ ਵਕਤ ਸ਼ਾਂਤ ਰਸ ਵਿੱਚ ਹੀ ਮਹਾਰਾਜ ਵਰਤ ਰਹੇ ਹਨ। ਭਾਵ ਦਿਖਾਵਹਿ ਨਿਜ ਅਨਰੂਪਾ। ਜੋ ਸ਼ਾਂਤ ਰਸ ਹੈ, ਉਹ ਆਪਣਾ ਜਿਹੜਾ ਅਨੂਪਮ ਹੈ, ਆਪਣੇ ਅਨੁਸਾਰ ਹੀ ਆਪਣਾ ਭਾਵ ਦਿਖਾ ਰਿਹਾ ਹੈ। ਜਿੱਥੇ ਸ਼ਾਂਤ ਰਸ ਹੋਵੇ, ਸ਼ਾਂਤ ਰਹਿਣਾ, ਉੱਥੇ ਬੈਰਾਗ ਰਸ ਨਾਲ ਹੀ ਹੁੰਦਾ। ਬੈਰਾਗ ਜਿਹਨੂੰ ਨਿਰਵੇਦ ਵੀ ਕਿਹਾ ਜਾਂਦਾ ਹੈ, ਨਿਰਮੋਹ। ਤੇ ਜਿੱਥੇ ਬੈਰਾਗ ਹੋਵੇ, ਉੱਥੇ ਸ਼ਾਂਤ ਰਸ ਵੀ ਨਾਲ ਹੀ ਹੁੰਦਾ ਹੈ। ਇਹ ਆਪੋ ਵਿੱਚ ਹੀ ਮੇਲ ਖਾਂਦੇ ਹੈ। ਮਾਨੋ ਕਿ ਜਿਹੜਾ ਸ਼ਾਂਤ ਰਸ ਆਪਣੇ ਅਨੁਸਾਰੀ ਹੋ ਕੇ ਭਾਵ ਦਿਖਾਵੇ, ਬੈਰਾਗ ਆਪਣਾ ਬੈਰਾਗ ਰੂਪ ਹੀ ਦਿਖਾ ਰਿਹਾ ਹੈ। ਕਿਦਾਂ ਧਰਿਓ ਉਪਕਾਰ ਸਰੀਰਾ। ਅਥਵਾ ਜਿਹੜਾ ਪਰਉਪਕਾਰ ਹੈ, ਦੂਸਰਿਆਂ ਦਾ ਭਲਾ ਕਰਨਾ, ਉਸ ਨੇ ਗੁਰੂ ਨਾਨਕ ਸਾਹਿਬ ਜੀ ਦਾ ਸਰੀਰ ਧਾਰਨ ਕੀਤਾ ਹੈ। ਨਰ ਤਾਰਨ ਕੋ ਗੁਣੀ ਗਹੀਰਾ। ਜੋ ਗੁਣਾਂ ਦੇ ਸਮੁੰਦਰ ਹੈ, ਬੜੇ ਡੂੰਘੇ ਗੁਰੂ ਨਾਨਕ ਸਾਹਿਬ ਜੀ ਮਨੁੱਖਾਂ ਨੂੰ ਤਾਰਨ ਵਾਸਤੇ। ਦੋਹਰਾ ਸਿਰ ਪਰ ਨੁਕਤ ਹੈ ਜੁਗਲ ਗਜ। ਗੁਰੂ ਨਾਨਕ ਸਾਹਿਬ ਜੀ ਸੀਸ ਦੇ ਉੱਪਰ ਜਿਹੜਾ ਹੈ 2 ਗਜ ਦਾ ਸਾਫਾ ਜਿਹਾ ਬਣਿਆ ਸਜਾਇਆ ਹੈ ਮਹਾਰਾਜ ਨੇ। ਖਫਨੀ ਗਰ ਬਾਰ ਚੀਰ। ਗਲ ਦੇ ਵਿੱਚ ਜਿਹੜੀ ਕੰਠ 'ਚ ਸਰੀਰ ਤੇ
ਖਫਣੀ ਪਾਈ ਐ ਸ੍ਰੇਸ਼ਟ ਕੱਪੜੇ ਦੀ। ਸੰਭਿਆਨਾ ਸੁੰਦਰ ਸਜੈ ਸੰਭਿਆਨਾ ਸੁੰਦਰ ਸਜੈ। ਜਿਹੜਾ ਸੰਭਿਆਨਾ ਹੈ ਚਾਦਰਾ, ਉਹ ਸਰੀਰ ਦੇ ਉੱਤਰ ਸੋਹਣਾ ਲਿਆ ਬੜਾ ਸਜ ਰਿਹਾ ਹੈ। ਧਰਿਓ ਸੋ ਵੇਖ ਸਰੀਰ ਸਰੀਰ ਦੇ ਉੱਪਰ ਐਸਾ ਲਿਬਾਸ ਭੇਖ ਜਿਹਾ ਧਾਰਿਆ ਹੈ ਕਿ ਸੀਸ ਉੱਪਰ 2 ਗਜ ਦਾ ਸੱਚੇ ਪਾਤਸ਼ਾਹ ਜੀ ਨੇ ਸਾਫਾ ਬੰਨ੍ਹਿਆ ਹੈ। ਕੰਠ ਦੇ ਸਰੀਰ ਦੇ ਉੱਪਰ ਜਿਹੜੀ ਖਫਣੀ ਧਾਰਨ ਕੀਤੀ ਹੈ, ਸੁੰਦਰ ਜਿਹੜਾ ਚਾਦਰਾ ਉਹ ਲਿਆ ਹੋਇਆ ਉੱਪਰ। ਚੌਪਈ ਵੈਸੇ ਥੇ ਨਿੰਦਕ ਕੇ ਸ਼ੂਲਾ। ਗੁਰੂ ਨਾਨਕ ਸਾਹਿਬ ਜੋ ਨਿੰਦਿਆ ਕਰਨ ਵਾਲੇ ਨਿੰਦਕਾਂ ਨੂੰ ਬੜੇ ਦੁੱਖ ਰੂਪ ਹੈ। ਨਿੰਦਿਆ ਕਰਨ ਵਾਲਿਆਂ ਨੂੰ ਦੁੱਖ ਹੁੰਦਾ ਹੈ ਭਲਿਆਂ ਪੁਰਸ਼ਾਂ ਦਾ ਹਮੇਸ਼ਾ ਹੀ, ਉਹਨਾਂ ਦਾ ਸੀਨਾ ਸੜਦਾ ਮੱਚਦਾ ਹੈ। ਉਹ ਨਿੰਦਿਆ ਕਰਨ ਵਾਲਿਆਂ ਨੂੰ ਜੋ ਦੁੱਖ ਰੂਪ ਹੈ, ਗੁਰੂ ਨਾਨਕ ਸਾਹਿਬ ਜੀ ਆਪਣੀ ਮੌਜ ਵਿੱਚ ਹੀ ਭੈਣ ਵੱਡੀ ਨਾਨਕੀ ਜੀ ਦੇ ਘਰ ਬਿਰਾਜੇ ਰਹਿੰਦੇ ਬੈਠੇ ਰਹਿੰਦੇ ਹਨ। ਇਤਨੇ ਮਹਿ ਪ੍ਰਾਪਤ ਭਾਮੂਲਾ। ਗੁਰੂ ਗੁਰੂ ਸਾਹਿਬ ਜੀ ਦੇ ਬੈਠੇ ਹੋਏ ਸਨ। ਇੰਨੇ ਸਮੇਂ ਨੂੰ ਜਿਹੜਾ ਗੁਰੂ ਜੀ ਦਾ ਸਹੁਰਾ ਹੈ ਮੂਲ ਚੰਦ, ਉਹ ਆ ਪ੍ਰਾਪਤ ਹੋਇਆ ਘਰ ਵਿੱਚ। ਚੰਦੋ ਰਾਨੀ ਜਿਹ ਕੇ ਸੰਗਾ। ਜਿਸ ਦੇ ਨਾਲ ਜਿਹੜੀ ਸੱਸ ਚੰਦੋ ਰਾਣੀ ਹੋਈ ਹੈ। ਅਧਿਕ ਕ੍ਰੋਧ ਤੇ ਉਠਤ ਤਰੰਗਾ। ਇਹਨਾਂ ਦੋਵਾਂ ਦੇ ਮਨਾਂ ਦੇ ਵਿੱਚ ਜਿਹੜੀਆਂ ਕ੍ਰੋਧ ਦੀਆਂ ਬਹੁਤੀਆਂ ਤਰੰਗਾਂ ਉੱਠ ਰਹੀਆਂ, ਗੁੱਸੇ ਨਾਲ ਦੋਵੇਂ ਸੱਸ ਸਹੁਰੇ ਲਾਲ ਪੀਲੇ ਹੋਏ ਪਏ ਹਨ। ਮਨਹ ਗਿਆਨ ਨਿਜ ਦਲ ਸੋ ਬੈਸਾ। ਉਧਰ ਗੁਰੂ ਨਾਨਕ ਸਾਹਿਬ ਜੀ ਤੇ ਮਾਨੋ ਕਿ ਬ੍ਰਹਮ ਗਿਆਨ ਦਾ ਸਰੂਪ ਹੈ, ਆਪਣੇ ਦਲ ਨਾਲ ਹੀ ਬੈਠੇ ਹੋਏ ਹਨ। ਸਤ ਸੰਤੋਖ ਸਾਤ ਸਮ ਭੇਸਾ। ਸਤ ਸੰਤੋਖ ਦਇਆ ਧਰਮ ਵਿਵੇਕ ਵਿਚਾਰ ਖੜ ਸੰਪਤੀ, ਇਹ ਦਲ ਦੇ ਨਾਲ ਮਹਾਰਾਜ ਬੈਠੇ ਹੋਏ ਗਿਆਨ ਸਰੂਪ। ਤੇ ਸ਼ਾਂਤੀ, ਜਿਹੜਾ ਸ਼ਾਂਤ ਰਸ ਹੈ, ਉਹਦੇ ਸਮਾਨ ਭੇਸ ਲਿਬਾਸ ਧਾਰਨ ਕੀਤਾ ਹੈ। ਜਨ ਅਗਿਆਨ ਆਪਨ ਤਨ ਧਾਰੀ। ਉਧਰ ਤੇ ਗੁਰੂ ਨਾਨਕ ਸਾਹਿਬ ਜੀ ਗਿਆਨ ਸਰੂਪ ਆਪਣੀ ਦਲ ਸੈਨਾ ਨਾਲ ਬਿਰਾਜਮਾਨ ਬੈਠੇ ਹੋਏ ਹੈ। ਇੱਧਰ ਜੋ ਗੁਰੂ ਜੀ ਦਾ ਸਹੁਰਾ ਹੈ ਮੂਲ ਚੰਦ ਤੇ ਚੰਦੋ ਰਾਣੀ ਸੱਸ ਹੈ, ਮਾਨੋ ਕਿ ਅਗਿਆਨ ਨੇ ਆਪਣਾ ਸਰੀਰ ਧਾਰਨ ਕੀਤਾ ਹੈ, ਅਗਿਆਨ ਆਇਆ ਹੋਇਆ ਹੈ। ਦਲ ਲੈ ਕਰਿਓ ਕ੍ਰੋਧ ਅਗਵਾਰੀ। ਇਸ ਨੇ ਆਪਣਾ ਜਿਹੜਾ ਮੋਹ, ਕਾਮ ਕ੍ਰੋਧ ਲੋਭ ਮੋਹ ਹੰਕਾਰ ਅਗਿਆਨ ਦੀ ਸੈਨਾ ਹੈ, ਉਹਨੂੰ ਲੈ ਕਰਕੇ ਤੇ ਕ੍ਰੋਧ ਨੂੰ ਅੱਗੇ ਕੀਤਾ ਵੀ ਅੱਗੇ ਹੋ ਤੂੰ। ਔਰ ਮਹ ਚਾਹਤ ਪਲਾਇਨ ਕੀਨਾ। ਇਹ ਜਿਹੜਾ ਅਗਿਆਨ ਹੈ, ਅਗਿਆਨ ਰੂਪ ਜੋ ਮੂਲ ਚੰਦ ਤੇ ਚੰਦੋ ਰਾਣੀ ਹੈ, ਹਿਰਦੇ ਵਿੱਚ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੂੰ ਮਾਨੋ ਇਹ ਭਜਾਉਣਾ ਚਾਹੁੰਦੇ ਹੈ। ਅਗਿਆਨ ਜਿੱਥੇ ਹੋਵੇ ਉਹ ਚਾਹੁੰਦਾ ਨਹੀਂ ਵੀ ਗਿਆਨ ਇੱਥੇ ਰਵੇ, ਜਿੱਥੇ ਗਿਆਨ ਹੋਵੇ ਉਹ ਗਿਆਨ ਨੂੰ ਨਹੀਂ ਚਾਹੁੰਦਾ। ਇਹ ਅਗਿਆਨ ਮਾਨੋ ਹਿਰਦੇ ਵਿੱਚ ਭਜਾਉਣਾ ਚਾਹੁੰਦਾ ਗੁਰੂ ਸਾਹਿਬ ਜੀ ਨੂੰ। ਆਏ ਠਾਂਡ ਜਹ ਪ੍ਰਭ ਆਸੀਨਾ। ਗੁਰੂ ਨਾਨਕ ਸਾਹਿਬ ਜਿੱਥੇ ਆ ਬਿਰਾਜਮਾਨ ਬੈਠੇ ਹੋਏ ਹੈ, ਉੱਥੇ ਦੋਵੇਂ ਜੀ ਆ ਖੜੇ ਹੋ ਗਏ। ਧਰ ਨਿਸ਼ਠਤਾ ਬਚਨ ਉਚਾਰੇ। ਨਿਸ਼ਠੁਰਤਾ, ਬੜੇ ਜਿਹੜੇ ਸਖਤ ਤਾਈ ਧਾਰ ਕੇ, ਬੜੇ ਕਠੋਰ ਤਾਈ ਨੂੰ ਧਾਰ ਕੇ ਬੜੇ ਕਠਨ ਕਠੋਰੀ ਬਚਨ ਕਹਿਣ ਲੱਗਾ ਮੂਲ ਚੰਦ। ਅਬ ਫਕੀਰ ਕੋ ਵੇਖ ਸੁਧਾਰੇ। ਉਹ ਮੇਰੇ ਜਵਾਈ ਗੁਰੂ ਨਾਨਕ ਸਾਹਿਬ, ਆ ਜਿਹੜਾ ਫਕੀਰਾਂ ਵਾਲਾ ਭੇਖ ਜਿਹਾ ਬਣਾ ਲਿਆ ਤੈਂ। ਦੋਹਰਾ ਧਰ ਕਰ ਵੇਖ ਦਿਖਾਵਈ। ਸਾਨੂੰ ਕਿਵੇਂ ਆ ਜਿਹੜਾ ਫਕੀਰਾਂ ਵਾਲਾ ਭੇਖ ਜਿਹਾ ਧਾਰ ਕੇ ਦਿਖਾ ਰਿਹਾ ਹੈ। ਸਾਧ ਬਣਿਓ ਜਗ ਮਾਹੇ। ਤੇ ਜਗਤ ਦੇ ਵਿੱਚ ਸਾਧ ਬਣਿਆ ਝੂਠਾ। ਉਬੈ ਆਤਮਜ ਪਰ ਜਾ। ਉਹ ਮੇਰੇ ਜਵਾਈ ਗੁਰੂ ਨਾਨਕ ਸਾਹਿਬ, ਆ ਜਿਹੜੇ ਤੇਰੇ 2 ਪੁੱਤਰ ਹੈ, ਸ਼੍ਰੀ ਚੰਦ ਤੇ ਲਖਮੀ ਦਾਸ,
ਤੇ ਜਿਹੜੀ ਤੇਰੀ ਘਰ ਵਾਲੀ ਐ ਸੁਲੱਖਣੀ, ਕਹੋ ਕਿਹ ਭਾਂਤ ਬਿਤਾਹੇ। ਦੱਸੋ ਵੀ ਇਹ ਕਿਸੇ ਤਰ੍ਹਾਂ ਗੁਜ਼ਾਰਾ ਕਰਨਗੇ, ਕਿਵੇਂ ਰਹਿਣਗੇ ਹੁਣ ਤੁਹਾਡੇ ਇਹ ਕੰਮ ਨੂੰ ਵੇਖ ਕੇ। ਚੌਪਈ ਹਮ ਹੈ ਦਸ ਹੈ ਦੁਖ ਦੇਨੇ ਹੇਤੂ। ਸਾਨੂੰ ਆ ਬੜਾ ਹੀ ਕਠਿਨ ਨਾ ਸਹਿਆ ਜਾਣ ਵਾਲਾ ਦੁੱਖ ਦੇਣ ਵਾਸਤੇ। ਜਨਮਿਓ ਤੋਂ ਜੋ ਭਵ ਉਦਕੇ ਤੂ। ਤੁਸੀਂ ਤੇ ਐਵੇਂ ਜਨਮੇ ਐਵੇਂ ਪੈਦਾ ਹੋਏ ਹੋ ਜਿਵੇਂ ਆ ਮਾੜੇ ਸਮੇਂ ਵਿੱਚ ਬੋਧੀ ਵਾਲਾ ਤਾਰਾ ਪੈਦਾ ਹੋ ਜਾਂਦਾ ਹੈ। ਇਵ ਜੇ ਹੋਣਾ ਹੁਤੋ ਫਕੀਰਾ। ਭਲਾ ਜੇ ਤੁਸਾਂ ਨੇ ਐਵੇਂ ਆ ਫਕੀਰ ਸਾਧ ਜੇ ਬਣਨਾ ਸੀ। ਘਰ ਵਿਆਹ ਕਿਉਂ ਡੋਬ ਅਧੀਰਾ। ਅਧੀਰਾ ਧੀਰਜ ਤੋਂ ਰਹਿਤ ਮੇਰੇ ਜਵਾਈ ਗੁਰੂ ਨਾਨਕ ਸਾਹਿਬ, ਫਿਰ ਭਲਾ ਵਿਆਹ ਜਾ ਕਰਕੇ ਕਿਉਂ ਡੋਬਣਾ ਸੀ ਮੇਰੀ ਧੀ ਸੁਲੱਖਣੀ ਨੂੰ। ਸਰਬ ਦਰਬ ਕਰ ਦੀਨ ਖੁਆਰੂ। ਆ ਸਾਰਾ ਜਿੰਨਾ ਇਹ ਪੈਸਾ ਸੀ ਤੁਸਾਂ ਨੇ ਫਕੀਰਾਂ ਨੂੰ ਦੇ ਕੇ ਤੇ ਉਜਾੜ ਦਿੱਤਾ, ਨਾਸ ਕਰ ਦਿੱਤਾ। ਅਬ ਭਾ ਸਾਧ ਆਵਾਸ ਉਜਾਰੂ। ਘਰ ਨੂੰ ਉਜਾੜਨ ਵਾਲਿਆ ਹੁਣ ਤੂੰ ਜਿਹੜਾ ਸਾਧ ਹੋ ਕੇ ਬੈਠ ਗਿਆ ਹੈ। ਹੋਇਓ ਬਿਤ ਸਭ ਹੁਤੋ ਬਿਤ ਸਭ ਖੋਇਓ ਜੇਤਾ। ਜਿੰਨਾ ਆ ਮੋਦੀ ਖਾਨੇ ਵਿੱਚ ਧਨ ਕਮਾਇਆ ਹੈ ਸੀ ਉਹ ਤੇ ਸਾਰਾ ਗਵਾਈ ਦਿੱਤਾ ਜਾਈ। ਸੋ ਅਬ ਸ੍ਰੀ ਚੰਦ ਕੋ ਦੇਤਾ। ਉਹ ਜਿਹੜਾ ਪੈਸਾ ਸੀ ਆਪਣੇ ਕੋਲ ਰੱਖ ਲੈਂਦੇ, ਆਪਣੇ ਕੋਲ ਨਾ ਰੱਖਦੇ, ਆਪਣੇ ਪੁੱਤਰ ਸ਼੍ਰੀ ਚੰਦ ਲక్ష్ਮੀ ਦਾਸ ਆਪਣੇ ਮਹਿਲ ਸੁਲੱਖਣੀ ਨੂੰ ਹੀ ਦੇ ਦਿੰਦੇ। ਤਿਹ ਪਰ ਕਗਤ ਕਗਤ ਗੁਜ਼ਾਰ ਸੋ ਬੈਸੇ। ਤੇ ਪਰ ਕਰਤ ਵੀ ਉਸ ਪੈਸਿਆਂ ਦੇ ਉੱਪਰ ਸ਼੍ਰੀ ਚੰਦ ਹੋਣੀ ਘਰੇ ਬੈਠੇ ਤੇ ਆਪਣਾ ਜਿਹੜਾ ਬੈਠੇ ਹੋਏ ਗੁਜ਼ਾਰਾ ਕਰਦੇ ਰਹਿੰਦੇ। ਟੋਕ ਟੰਬ ਅਬ ਕਰ ਹੈ ਕਾਸੇ। ਗੁਰੂ ਨਾਨਕ ਜਵਾਈਆ ਦੱਸ ਹੁਣ ਜਿਹੜਾ ਪਰਿਵਾਰ ਸਾਰਾ ਉਹ ਕਿਸ ਤਰ੍ਹਾਂ ਜਿਹੜਾ ਗੁਜ਼ਾਰਾ ਕਰੇ ਪੈਸੇ ਬਿਨਾ। ਕਿਹ ਆਧਾਰ ਜਗ ਮਹਿ ਸੋ ਰਹੀ। ਛੋਟੇ ਛੋਟੇ ਤੁਹਾਡੇ ਬੱਚੇ ਆ, ਦੱਸੋ ਵੀ ਉਹ ਭਲਾ ਕਿਹਦੇ ਸਾਰੇ ਆ ਸੰਸਾਰ ਵਿੱਚ ਰਹਿਣ। ਉੱਤਰ ਕਿਉਂ ਨਾ ਬਦਨ ਤੇ ਕਹੀਂ। ਹੁਣ ਕਿਵੇਂ ਚੁੱਪ ਕੀਤੇ ਹੋਏ ਹੋ, ਮੁੱਖੋਂ ਜਿਹੜਾ ਉੱਤਰ ਕੋਈ ਕਹਿ ਹੀ ਨਹੀਂ ਰਹੇ। ਦੋਹਰਾ ਭੈ ਪਰਮੇਸ਼ਰ ਕੋ ਨਹੀਂ। ਗੁਰੂ ਨਾਨਕ ਸਾਹਿਬ ਜੀ ਨੂੰ ਇਹ ਕਹਿੰਦਾ ਹੈ ਸਹੁਰਾ, ਕਹਿੰਦਾ ਵੀ ਤੁਹਾਨੂੰ ਭਲਾ ਪਰਮੇਸ਼ਰ ਦਾ ਤੇ ਥੋੜਾ ਬਹੁਤਾ ਵੀ ਡਰ ਭੈ ਤੇ ਹੈ ਹੀ ਨਹੀਂ। ਲਾਗ ਸੁਤ ਜਾਣਹ ਨਾਹੀਂ। ਕਿ ਮੇਰੇ ਛੋਟੇ ਬੱਚੇ ਐ ਇਹਨਾਂ ਵੱਲ ਦੇਖਾਂ, ਜੇ ਜਾਣਦੇ ਹੁੰਦੇ ਤੇ ਤੁਹਾਨੂੰ ਥੋੜਾ ਬਹੁਤਾ ਭੈ ਹੁੰਦਾ। ਚੰਦੋ ਰਾਣੀ ਭਨਤ ਪੁਨ। ਛੋਟੇ ਛੋਟੇ ਬੱਚੇ ਇਹਨਾਂ ਨੂੰ ਤੇ ਤੁਸੀਂ ਜਾਣਦੇ ਨਹੀਂ ਐ। ਇਹ ਤੇ ਚੁੱਪ ਕਰ ਗਿਆ ਹੈ। ਇਹਨਾਂ ਨੂੰ ਜੋ ਸੱਸ ਹੈ ਗੁਰੂ ਜੀ ਦੀ ਚੰਦੋ ਰਾਣੀ, ਫਿਰ ਉਹਨੇ ਕ੍ਰੋਧ ਬਹੁਤ ਕੀਤਾ ਤੇ ਕਹਿਣ ਲੱਗੀ ਹੈ। ਕ੍ਰੋਧ ਕੀਏ ਮਨ ਮਾਹੇ। ਉਹਨੇ ਫਿਰ ਕ੍ਰੋਧ ਵਿੱਚ ਆ ਕੇ ਤੇ ਬਹੁਤ ਗੁੱਸੇ ਦੇ ਨਾਲ ਕਿਹਾ। ਚੌਪਈ ਸੁਣ ਤੋ ਵੇ ਨਾਨਕ ਕਿਆ ਕੀਤਾ। ਇਹ ਜੋ ਗੁਰੂ ਜੀ ਦੀ ਸੱਸ ਹੀ ਇਹਨੇ ਜੀ ਦੇ ਭਲਾ ਕੀ ਕਹਿਣਾ ਹੈ ਤੇ ਸਿੱਧਾ ਹੀ ਕਹਿਣ ਲੱਗੀ, ਵੇ ਨਾਨਕਾ ਤੂੰ ਆ ਕੀ ਭਲਾ ਕੀਤਾ ਹੈ। ਵਧਿਓ ਕੁਟੁੰਬ ਹੈ ਭਇਓ ਅਤੀਤਾ। ਆ ਹੁਣ ਪਰਿਵਾਰ ਵੱਧ ਫੁੱਲ ਗਿਆ ਹੈ, ਬੱਚੇ ਬਾਲਕ ਹੋ ਗਏ ਤੇ ਤੂੰ ਜਿਹੜਾ ਸਾਧ ਬਣ ਗਿਆ ਹੈ। ਨਿਹ ਨਾ ਨਿਜ ਤਨ ਜਨ ਸੋ ਕਰਈ। ਆ ਥੋੜਾ ਮਾਤਰ ਵੀ ਮੇਰੇ ਛੋਟੇ ਛੋਟੇ ਬੱਚੇ ਐ, ਕਿੰਨੇ ਸੋਹਣੇ ਐ, ਉਹਨਾਂ ਨਾਲ ਤੁਹਾਡਾ ਕੋਈ ਮੋਹ ਪ੍ਰੇਮ ਹੀ ਨਹੀਂ ਹੈ। ਨਾਕ ਨਾ ਕਰਨਾ ਮਨ ਮਹਤਰਈ। ਉਹਨਾਂ ਨਾਲ ਤੁਸੀਂ ਪ੍ਰੇਮ ਮੋਹ ਕੋਈ ਕਰਦੇ ਨਹੀਂ ਆ। ਭੂਰਾ ਮਾਤਰ ਵੀ ਉਹਨਾਂ ਬੱਚਿਆਂ ਵੱਲ ਵੇਖ ਕੇ ਮਨ ਵਿੱਚ ਤਰਸ ਹੀ ਨਹੀਂ ਧਾਰਦੇ। ਦੀਰਘ ਤੁਝ ਟਿਗ ਮੋਦੀ ਕਾਰਾ। ਨਵਾਬ ਦੌਲਤ ਖਾਂ ਦਾ ਮੋਦੀ ਖਾਨੇ ਦਾ ਕਿੱਡਾ ਤਕੜਾ ਜਿਹੜਾ ਤੁਹਾਡੇ ਕੋਲੋਂ ਕੰਮ ਸੀ। ਪਾਵਤ ਥੋ ਧਨ ਜਹਾਂ ਅਪਾਰਾ। ਜਿਸ ਮੋਦੀ ਖਾਨੇ ਦੇ ਕੰਮ ਵਿੱਚ ਆ ਬੇਅੰਤ ਬੇਅੰਤੀ ਜਦੋਂ ਹਿਸਾਬ ਕਿਤਾਬ ਹੁੰਦਾ ਤੇ ਵਾਧੇ ਦੇ ਤੁਸੀਂ ਪੈਸੇ ਪਾਉਂਦੇ ਸੀ। ਬਹੁ ਮਾਨ ਹੈ ਫਰਮਾਇਸ਼ ਖਾਨਾ। ਫਿਰ ਜਿਹੜਾ ਨੌ ਦੌਲਤ ਖਾਂ
ਉਹ ਤੁਹਾਡੀਆਂ ਹਰ ਪ੍ਰਕਾਰ ਨਾਲ ਫਰਮਾਇਸ਼ਾਂ ਸਿਫਾਰਿਸ਼ਾਂ ਵੀ ਮੰਨਦਾ ਸੀ। ਅਸਨ ਬਸਨ ਪ੍ਰਾਪਤ ਬਿਦ ਨਾਨਾ। ਜਦੋਂ ਮੋਦੀ ਖਾਨੇ ਦਾ ਕੰਮ ਕਰਦੇ ਸੀ ਆ ਬਹੁਤ ਤਰ੍ਹਾਂ ਤਰ੍ਹਾਂ ਦੇ ਜਿਹੜੇ ਆ ਖਾਣ ਨੂੰ ਭੋਜਨ ਮਿਲਦੇ ਸੀ, ਆ ਪਾਉਣ ਨੂੰ ਜਿਹੜੇ ਕੱਪੜੇ ਪ੍ਰਾਪਤ ਹੁੰਦੇ ਸੀ ਤੁਹਾਨੂੰ। ਕ੍ਰਿਤ ਕਟੰਬਹਿ ਤਜ ਅਬ ਸੋ। ਜਿਸ ਨਾਲ ਆ ਪਰਿਵਾਰ ਚੱਲਦਾ, ਜਿਸ ਕੰਮ ਨਾਲ ਉਹਦੇ ਤੁਸਾਂ ਨੇ ਛੱਡ ਦਿੱਤਾ। ਭਏ ਰੰਕ ਜਿਉ ਆਲਾ ਖੋ। ਮੇਰੇ ਜਵਾਈਆ ਗੁਰੂ ਨਾਨਕ ਆ ਘਰ ਨੂੰ ਜਾੜਨ ਵਾਲਿਆ, ਹੁਣ ਤੂੰ ਕਿਵੇਂ ਆ ਕੰਗਾਲ ਜਿਹਾ ਹੋ ਕੇ ਖਫਣੀ ਜੀ ਪਾ ਕੇ ਬੈਠ ਗਿਆ ਹੈ। ਤਦ ਸੋਵਤ ਥੇ ਸੇਜ ਸੁਖਾਲੀ। ਉਦੋਂ ਜਦੋਂ ਮੋਦੀ ਖਾਨੇ ਦਾ ਕੰਮ ਕਰਦੇ ਸੀ ਤੇ ਆ ਚੰਗੀ ਸੇਜਾ ਦੇ ਸੌਖਿਆਂ ਹੋ ਕੇ ਸੌਂਦੇ ਸੀ ਤੁਸੀਂ। ਅਬ ਫਿਰਿਏ ਉਦਿਆਨ ਬਿਹਾਲੀ। ਹੁਣ ਵਿਆਕਲ ਹੋ ਕੇ ਬਿਨਾਂ ਹਾਲ ਤੋਂ ਕਮਾਈ ਤੇ ਕਰਨੀ ਕੋਈ ਨਹੀਂ ਤੇ ਜੰਗਲ ਵਿੱਚ ਤੁਰੇ ਫਿਰਦੇ ਰਹੀਏ। ਦੋਹਰਾ ਸਦਨ ਬਿਖਾ ਜੇ ਸਰਬ ਸੁਖ। ਘਰ ਵਿੱਚ ਜਿਹੜਿਆ ਸੁਖ ਸੀ ਸਾਰੇ, ਤਾਜ ਕਰ ਕੀਨ ਅਨੀਤਾ। ਤੁਸਾਂ ਨੇ ਤੇ ਛੱਡ ਕਰਕੇ ਆ ਅਨੀਤੀ ਕੀਤੀ, ਬੇਇਨਸਾਫੀ ਕੀਤੀ ਹੈ, ਕੋਈ ਚੰਗੀ ਗੱਲ ਨਹੀਂ ਕੀਤੀ। ਸੁਣੇ ਬਚਨ ਸਸਰੋ ਕੇ। ਗੁਰੂ ਨਾਨਕ ਸਾਹਿਬ ਜੀ ਨੇ ਸੱਸ ਤੇ ਸਹੁਰੇ ਦੇ ਬਚਨ ਸੁਣੇ ਐ ਇਸ ਤਰ੍ਹਾਂ ਦੇ। ਬੋਲੇ ਬਿਰਗਤ ਹਰੀਤਾ। ਫੇਰ ਗੁਰੂ ਜੀ ਆ ਬ੍ਰਗਤੀਆਂ ਸਾਧੂਆਂ ਵਾਂਗ ਤਿਆਗ ਅਵਸਥਾ ਵਾਲੀ ਬਚਨ ਬੋਲੇ ਐ ਸ਼ਬਦ ਰਾਹੀਂ। ਮਾਰੂ ਮਹੱਲਾ ਪਹਿਲਾ। ਮਾਰੂ ਰਾਗ ਦੇ ਵਿੱਚ ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਜੀ ਬਾਣੀ ਰਾਹੀਂ ਉਪਦੇਸ਼ ਕਰਦੇ ਐ ਪਰਮਾਰਥ ਦਾ। ਮਿਲ ਮਾਤ ਪਿਤਾ ਪਿੰਡ ਕਮਾਇਆ। ਇਸ ਤਰ੍ਹਾਂ ਕਹਿੰਦੇ ਹਨ ਕਿ ਕਿਉਂਕਿ ਗੁਰੂ ਜੀ ਦੀ ਸੱਸ ਕਹਿੰਦੀ ਸੀ ਨਾ ਕਿ ਆ ਛੋਟੇ ਛੋਟੇ ਬੱਚੇ ਹੋ ਗਏ, ਤੁਸਾਂ ਨੇ ਭੋਰਾ ਮਾਤਰ ਤਰਸ ਨਹੀਂ ਕੀਤਾ ਹੈ, ਕਿਵੇਂ ਆ ਫਕੀਰ ਜਿਹਾ ਬਣ ਕੇ ਬੈਠ ਗਏ ਹੋ। ਉਧਰ ਇਸ਼ਾਰਾ ਕਰਦੇ ਹੋਏ ਗੁਰੂ ਜੀ ਸ਼ਬਦ ਉਚਾਰਦੇ ਐ ਮਾਤਾ ਪਿਤਾ ਦੇ ਮਿਲਣ ਕਰਕੇ, ਸੰਬੰਧ ਹੋਣ ਕਰਕੇ ਪਿੰਡ ਜੋ ਸਰੀਰ ਹੈ ਰਕਤ ਬਿੰਦ ਨਾਲ ਇਹ ਸਰੀਰ ਪਿੰਡ ਕਮਾਇਆ, ਭਾਵ ਉਹ ਮਾਤਾ ਪਿਤਾ ਦੇ ਸੰਬੰਧ ਕਰਕੇ ਰਕਤ ਬਿੰਦ ਨਾਲ ਇਹ ਸਰੀਰ ਜਿਹੜਾ ਬਣਿਆ। ਤਿਨ ਕਰਤਾ ਲੇਖ ਲਿਖਾਇਆ। ਫਿਰ ਉਸ ਕਰਤੇ ਪਰਮੇਸ਼ਰ ਜੋ ਸਭ ਦਾ ਹਰ ਇੱਕ ਕਾਰਜ ਕਰਤਾ, ਜਿਹਨੇ ਸ੍ਰਿਸ਼ਟੀ ਨੂੰ ਕੀਤਾ ਹੋਇਆ, ਉਸ ਨੇ ਸੁਖ ਦੁੱਖ ਦਾ ਜਿਹੜਾ ਲੇਖ ਲਿਖ ਦਿੱਤਾ। ਲਿਖ ਦਾਤ ਜੋਤ ਵਡਿਆਈ। ਵੀ ਕਿੰਨੀਆਂ ਦਾਤਾਂ ਜੀਵਨ ਵਿੱਚ ਮਿਲਣੀਆਂ, ਪਦਾਰਥ ਜੁੜਨੇ ਐ, ਬੁੱਧੀ ਵਿੱਚ ਕਿੰਨੀ ਗਿਆਤ ਸਮਝ ਰਹਿਣੀ ਹੈ, ਗੁਣਾਂ ਦੀ ਵਡਿਆਈ ਕਿੰਨੀ ਮਿਲਣੀ ਹੈ, ਕਿੰਨੇ ਗੁਣ ਹੋਣਗੇ, ਕਦੋਂ ਵਡਿਆਈ ਮਿਲਣੀ ਹੈ, ਇਹ ਸਾਰਾ ਕੁਝ ਨਾਲ ਹੀ ਲਿਖ ਦਿੱਤਾ। ਮਿਲ ਮਾਇਆ ਸੁਰਤ ਗਵਾਈ। ਪਰ ਇਸ ਮਨੁੱਖ ਨੇ ਮਿਲ ਕਰਕੇ ਮਾਇਆ ਨਾਲ, ਉਹ ਦਾਤਾਂ ਨਾਲ ਮਿਲ ਕੇ, ਵਡਿਆਈਆਂ ਨਾਲ ਮਿਲ ਕੇ, ਆਪਣੀ ਬੁੱਧੀ ਨਾਲ ਉਹ ਪਰਮੇਸ਼ਰ ਦੀ ਤੇ ਜਿਹੜੀ ਹੋਸ਼ ਉਧਰੋਂ ਗਵਾਈ ਦਿੱਤੀ ਹੈ, ਸੁਰਤ ਭੁਲਾਈ ਦਿੱਤੀ ਹੈ, ਬਿਲਕੁਲ ਜਿਹੜੀ ਬੁੱਧੀ ਉਹ ਵਿਸਾਰ ਹੀ ਦਿੱਤੀ ਉਸ ਪਰਮੇਸ਼ਰ ਵੱਲੋਂ। ਮੂਰਖ ਮਨ ਕਾਹੇ ਕਰ ਸਹਿ ਮਾਣਾ। ਆਪਣੇ ਮਨ ਨੂੰ ਹੀ ਕਹਿੰਦੇ ਹੈ ਮਨ ਮੂਰਖਾ ਤੂੰ ਕਿਉਂ ਮਾਣ ਕਰਦਾ ਹੈ। ਉੱਠ ਚੱਲਣਾ ਖਸਮੈ ਭਾਣਾ। ਜਦੋਂ ਖਸਮ ਪਰਮੇਸ਼ਰ ਦਾ ਹੁਕਮ ਹੋਊਗਾ ਉਸ ਦਿਨ ਮਨਾ ਮੂਰਖਾ ਇੱਥੋਂ ਉੱਠ ਕੇ ਚਲਿਆ ਜਾਣਾ, ਕੋਈ ਰੱਖ ਨਹੀਂ ਸਕੇਗਾ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ ਤਾਜ ਸਾਧ ਸਹਜ ਸੁਖ ਹੋਈ। ਇਸ ਕਰਕੇ ਮੂਰਖ ਮਨਾ ਇਹ ਜਿਹੜੇ ਸਵਾਦ ਹੈ ਸੰਸਾਰ ਦੇ ਵੰਨ ਸਵੰਨੇ ਇਹਨਾਂ ਨੂੰ ਛੱਡ ਦੇ, ਜਿਹੜਾ ਸਹਿਜ ਸੁੱਤੇ ਸੇਧੀ ਤੈਨੂੰ ਸੁਖ ਹੋਵੇਗਾ। ਫਿਰ ਘਰ ਛੱਡਣਾ ਰਹਿ ਨਾ ਕੋਈ। ਇਹ ਜਿਹੜੇ ਦੁਨਿਆਵੀ ਘਰ ਚੰਗੇ ਚੰਗੇ ਬਣਾਏ ਹੋਏ ਐ, ਇਹ ਸਰੀਰ ਘਰ, ਸਥੂਲ ਸਰੀਰ ਰੂਪੀ ਘਰ, ਸੂਖਮ ਘਰ, ਕਾਰਨ ਸਰੀਰ ਰੂਪੀ ਘਰ, ਇਹ ਘਰ ਤੇ ਸਾਰੇ ਛੱਡਣੇ ਪੈਂਦੇ ਐ। ਰਹਿਣਾ ਕੋਈ ਅੱਜ ਤੱਕ ਜਿਹੜਾ ਆ ਗਿਆ ਇਸ ਸਰੀਰ ਵਿੱਚ ਉਹ ਰਿਹਾ ਨਹੀਂ ਹੈ, ਇਹ ਰਹਿਣਾ ਨਹੀਂ ਹੈ, ਇਹਦੇ ਛੱਡ ਕੇ ਚਲੇ ਜਾਣਾ।
ਸਭ ਕੋਈ ਆਈ ਵਾਰੀ। ਜਦੋਂ ਹੁਕਮ ਆ ਗਿਆ ਪਰਮੇਸ਼ਰ ਦਾ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ। ਜਿਹੜਾ ਆ ਗਿਆ ਉਹਨੇ ਚਲੇ ਜਾਣਾ, ਸਭ ਦੀ ਵਾਰੀ ਆ ਜਾਣੀ ਹੈ। ਇਹ ਘਰ ਛੱਡਣੇ ਪੈਂਦੇ, ਰਹਿਣਾ ਨਹੀਂ ਕਿਸੇ ਨੇ ਇੱਥੇ। ਕਿਛ ਖਾਜਾ ਕਿਛ ਧਰ ਜਾਈਐ। ਜੋ ਗੁਰੂ ਜੀ ਦੀ ਸੱਸ ਨੇ ਕਿਹਾ ਸੀ ਵੀ ਆ ਪੈਸਾ ਜੋੜ ਲੈਂਦੇ, ਕੁਝ ਖਾਂਦੇ ਰਹਿੰਦੇ, ਕੁਝ ਘਰਾਂ 'ਚ ਪਦਾਰਥ ਰੱਖੇ ਜਾਂਦੇ। ਤੁਸਾਂ ਨੇ ਆ ਕੀ ਕੀਤਾ? ਖਫਣੀ ਪਾ ਲਈ ਹੈ, ਸਾਧ ਬਣ ਗਏ ਹੋ ਘਰ ਦਾ, ਅਤੇ ਤੁਸਾਂ ਨੇ ਸਭ ਕੁਝ ਹੀ ਵਿਗਾੜ ਦਿੱਤਾ ਹੈ। ਮਹਾਰਾਜ ਉਹ ਇਸ਼ਾਰਾ ਜਿਹਾ ਕਰਕੇ ਇੱਥੇ ਕਹਿ ਰਹੇ ਹੈ ਵੀ ਕੁਝ ਖਾ ਲੈਂਦੇ, ਕੁਝ ਖਾਣ ਵਾਸਤੇ ਵੀ ਅੱਗੇ ਵੀ ਖਾਣਾ ਹੈ, ਹੋਰ ਆਉਣ ਵਾਲੇ ਸਮੇਂ 'ਚ ਅਗਲੇ ਪਾਸੇ ਕੁਝ ਰੱਖ ਜਾਂਦੇ। ਜੇ ਬਾਹੜ ਦੁਨੀਆ ਆਈਐ। ਕੁਝ ਖਾ ਜਾਂਦੇ ਤੇ ਕੁਝ ਤਾਂ ਹੀ ਰੱਖ ਕੇ ਜਾਈਏ ਜੇ ਬਾਹੜ ਦੁਨੀਆ ਆਈਏ। ਜੇ ਅਸੀਂ ਮੁੜ ਦੁਨੀਆ 'ਚ ਆਉਣਾ ਹੋਵੇ, ਫਿਰ ਮਨੁੱਖ ਬਣ ਕੇ ਆਉਣਾ ਹੋਵੇ, ਫਿਰ ਤੇ ਕੁਝ ਖਾਣ ਵਾਸਤੇ ਰੱਖ ਜਾਂਦੇ, ਕੁਝ ਪਦਾਰਥ ਸਾਂਭ ਜਾਂਦੇ ਵੀ ਆਣ ਕੇ ਫਿਰ ਖਾਵਾਂਗੇ। ਇਹ ਤੇ ਦੁਨੀਆ ਵਿੱਚ ਚਲੇ ਗਏ ਇੱਕ ਵਾਰ, ਫਿਰ ਤੇ ਆਉਣਾ ਨਹੀਂ ਹੈ। ਸੱਜ ਕਾਇਆ ਪਟ ਹਟਾਏ। ਇਹ ਜਿਹੜਾ ਮਨ ਮੂਰਖ ਹੈ, ਮੂਰਖ ਜੀਵ ਹੈ, ਆ ਸਰੀਰ ਦੇ ਉੱਪਰ ਸੋਹਣੇ ਸੋਹਣੇ ਜਿਹੜੇ ਕੱਪੜੇ ਹੈ ਬੜੇ ਸਜਾ ਕੇ ਹਟਾਉਂਦਾ ਹੈ, ਵੰਨ ਸਵੰਨਾ ਪਾਉਂਦਾ ਹੈ ਸਰੀਰ ਦੇ ਉੱਪਰ। ਫਰਮਾਇਸ਼ ਬਹੁਤ ਚਲਾਏ। ਬਹੁਤ ਫਰਮਾਇਸ਼ਾਂ ਚਲਾਉਂਦਾ, ਸਿਫਾਰਸ਼ਾਂ ਚਲਾਉਂਦਾ। ਫਲਾਣੇ ਥਾਂ ਵੀ ਮੇਰਾ ਹੱਥ ਹੈ, ਧਿਆਣੇ ਥਾਂ ਵੀ ਮੇਰੀ ਮੰਨੀ ਜਾਂਦੀ ਹੈ। ਕਰ ਸੇਜ ਸੁਖਾਲੀ ਸੋਵੈ। ਸਿਫਾਰਸ਼ਾਂ ਕਰ ਕਰਕੇ, ਮਾੜੇ ਕੰਮ ਕਰ ਕਰਕੇ ਛੁੱਟ ਜਾਂਦਾ ਹੈ। ਕੂੜ ਦੀ ਕਮਾਈ ਕਰਕੇ ਸੇਜਾਂ ਚੰਗੀਆਂ ਬਣਾ ਲੈਂਦਾ, ਚੰਗੇ ਚੰਗੇ ਸੌਣ ਵਾਲੇ ਪਲੰਗ ਬੜਾ ਸੌਖਾ ਹੋ ਕੇ ਸੌਂਦਾ ਹੈ ਉਹ ਸੇਜਾਂ ਉੱਪਰ। ਹੱਥੀ ਪੌਦੀ ਕਾਹੇ ਰੋਵੈ। ਜਦੋਂ ਹੱਥਾਂ ਨੂੰ ਪੈਂਦਾ ਹੈ ਆ ਕੇ ਜਮ, ਜਦੋਂ ਹੱਥੀਂ ਆ ਪੈਂਦੇ ਆ ਕੇ ਫੜਦੇ ਹੈ, ਫਿਰ ਕਾਹਨੂੰ ਰੋਂਦਾ ਹੈ ਮਨੁੱਖ? ਉਸ ਵਕਤ ਕਿਉਂ ਇਹ ਰੋਣਾ ਕਰਦਾ ਵੀ ਮੇਰੀ ਜਾਨ ਨਿਕਲ ਚੱਲੀ, ਮੈਨੂੰ ਬਚਾ ਲਓ? ਜਿਸ ਵਕਤ ਉਹ ਕਾਲ ਆਉਂਦਾ ਹੈ, ਮੌਤ ਆਉਂਦੀ ਹੈ, ਉਹ ਜਮ ਫੜਦਾ ਹੱਥੀਂ ਤੋਂ। ਜਿਹੜਾ ਸੁੱਤਾ ਹੁੰਦਾ ਰਾਤ ਸੇਜਾਂ 'ਤੇ ਬੜਾ ਸੌਖੀ ਨੀਂਦੇ ਭੋਗ ਵਿਲਾਸ ਕਰਕੇ, ਜਿਸ ਦਿਨ ਉਹ ਹੱਥ ਤੋਂ ਆ ਕੇ ਫੜਦਾ, ਹੱਥ ਪਾਉਂਦਾ ਜਮ, ਫਿਰ ਕਾਹਨੂੰ ਰੋਂਦਾ ਹੈ ਮਨੁੱਖ? ਫਿਰ ਕਿਉਂ ਵਿਲਕਾਂ ਕਰਦਾ ਮੈਨੂੰ ਬਚਾ ਲਓ? ਘਰ ਘੁੰਮਣ ਵਾਣੀ ਭਾਈ। ਇਹ ਜਿਹੜਾ ਸਰੀਰ ਰੂਪੀ ਘਰ ਹੈ ਦੇ ਭਰਾਵਾ, ਇਹ ਘੁੰਮਣ ਘੇਰੀ ਹੈ ਸੰਸਾਰ ਦੇ ਵਿੱਚ। ਜਿਹੜੀ ਕਾਲ ਰੂਪੀ, ਤਿੰਨਾਂ ਗੁਣਾ ਰੂਪੀ ਘੁੰਮਣ ਘੇਰੀ ਵਿੱਚ ਸਰੀਰ ਪਿਆ ਹੋਇਆ ਭਰਾਵਾ, ਪਤਾ ਨਹੀਂ ਇਹ ਕਿਸ ਦਿਨ ਸਮੇਟਿਆ ਜਾਵੇ। ਪਾਪ ਪੱਥਰ ਤਰਨ ਨਾ ਜਾਈ। ਇਹ ਸਰੀਰ ਨੇ ਪਾਪ ਕਰ ਕਰਕੇ ਤੇ ਪੱਥਰ ਦੀ ਨਿਆਈ ਭਾਰਾ ਹੋ ਗਿਆ ਹੈ ਤੇ ਤਰਨਾ ਨਹੀਂ ਜਾਣ ਸਕਦਾ। ਪੱਥਰ ਕਦੀ ਪਾਣੀ ਵਿੱਚ ਤਰਿਆ ਨਹੀਂ ਹੈ, ਇਹ ਤਰਿਆ ਨਹੀਂ ਜਾ ਸਕਦਾ। ਪਾਪੀ ਮਨੁੱਖ ਕੋ ਜੋ ਪੱਥਰ ਵਾਂਗ ਭਾਰਾ ਹੋਇਆ ਪਾਪਾਂ ਨਾਲ। ਭਉ ਬੇੜਾ ਜੀਓ ਚੜਾਊ। ਜਿਹੜਾ ਪਰਮੇਸ਼ਰ ਦੇ ਭਉ ਰੂਪੀ ਡਰ ਦੇ ਵਿੱਚ ਰਹਿਣਾ, ਇਹ ਚੰਗਾ ਬੇੜਾ ਹੈ, ਸੋਹਣਾ ਬੇੜਾ ਹੈ। ਇਹਦੇ ਵਿੱਚ ਹੈ ਭਰਾਵਾ, ਹੈ ਬਜ਼ੁਰਗਾ, ਜੀ ਨੂੰ ਚੜਾ। ਕਹ ਨਾਨਕ ਦੇਵੈ ਕਾਹੂ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪਰ ਇਹ ਬੇੜਾ ਜਿਹੜਾ ਹੈ ਸੋਹਣਾ, ਇਹ ਕਿਸੇ ਕਿਸੇ ਪੁਰਸ਼ ਨੂੰ ਮਹਾਰਾਜ ਦਿੰਦਾ ਜਿਹੜੇ ਸਤ ਸੰਗਤ ਦੇ ਵਿੱਚ ਆਉਂਦੇ ਹੈ, ਜਿਹੜੇ ਗੁਰੂ ਕੀ ਸੰਗਤ ਕਰਦੇ। ਉਹ ਸੁਣ ਸੁਣ ਕੇ ਉਹਨਾਂ ਨੂੰ ਗੁਰੂ ਦਾ ਭੈ ਹੁੰਦਾ, ਡਰਦੇ ਹੈ, ਫਿਰ ਉਹ ਨਾਸਤਿਕਪੁਣਾ ਨਹੀਂ ਕਰਦੇ। ਹਿੱਕ ਚੌੜੀ ਕਰਕੇ ਨਹੀਂ ਕਹਿੰਦੇ ਵੀ ਪਰਮੇਸ਼ਰ ਦਾ ਘਰ ਨਹੀਂ ਹੈਗਾ, ਗੁਰੂ ਨਹੀਂ ਹੈਗਾ, ਰੱਬ ਨਹੀਂ ਹੈਗਾ, ਜੇ ਹੈਗਾ ਤੇ ਦਿਖਾਓ ਮੈਨੂੰ। ਇਵੇਂ ਨਹੀਂ ਉਹ ਕਹਿੰਦਾ ਹੈ। ਸੰਗਤ ਜਿਹੜਾ ਕਰਦਾ ਉਹਨੂੰ ਭੈ ਹੋ ਜਾਂਦਾ, ਕਥਾ ਕੀਰਤਨ ਸੁਣ ਸੁਣ ਕੇ। ਗੁਰੂ ਦੀ ਸੰਗਤ ਕਰਕੇ ਉਹ ਨਿਮਾਣਾ ਹੋ ਜਾਂਦਾ, ਭੈ ਵਾਲਾ ਹੋ ਜਾਂਦਾ ਹੈ, ਜਿਹਦੇ ਕਰਕੇ ਉਹ ਭਉ ਦੇ ਬੇੜੇ ਵਿੱਚ ਚੜ੍ਹ ਕੇ ਆਪਣੇ ਜੀ ਨੂੰ ਤੇ ਪਾਰ ਲੰਘ ਜਾਂਦਾ, ਉਧਰ ਜਾਂਦਾ ਹੈ। ਮਹਾਰਾਜ ਕਹਿੰਦੇ ਆ ਕਿਸੇ ਕਿਸੇ ਨੂੰ ਇਹ ਜਿਹੜਾ ਬੇੜਾ ਹੈ ਪਰਮੇਸ਼ਰ ਦਿੰਦਾ ਹੈ ਭਾਈ। ਜਿਹੜੇ ਸਤ ਸੰਗਤ ਕਰਦੇ ਹੋਈ ਉਹ ਪ੍ਰਾਪਤ ਕਰਦੇ। ਬਾਕੀ ਲੋਕ
ਕੁਝ ਤਾਂ ਹਿਕਮਤਾਂ ਹੀ ਕਰਦੇ ਰਹਿ ਜਾਂਦੇ ਹਨ। ਚੌਪਈ ਬਨਿਓ ਸ਼ਬਦ ਪਰਮਾਰਥ ਜਾਹੀ। ਮਾਰੂ ਰਾਗ ਦੇ ਵਿੱਚ ਗੁਰੂ ਜੀ ਨੇ ਸ਼ਬਦ ਉਚਾਰ ਕੇ ਕਿਹਾ ਹੈ, ਜਿਸ ਵਿੱਚ ਪਰਮਾਰਥ ਦਾ ਗਿਆਨ ਹੈ, ਪਰਮਾਰਥ ਗਿਆਨ ਹੈ, ਬ੍ਰਹਮ ਗਿਆਨ ਹੈ, ਪਰਮੇਸ਼ਰ ਦੀ ਵਿਚਾਰ ਹੈ। ਤਨਕ ਨਾ ਪਰਸਿਓ ਤਿਨ ਮਨ ਮਾਹੀ। ਸ਼ਬਦ ਤੇ ਇੰਨਾ ਮਹਿੰਗਾ ਹੈ, ਇੰਨਾ ਗਿਆਨ ਹੈ, ਗੁਰੂ ਜੀ ਦੇ ਸੱਸ ਸਹੁਰੇ ਦੇ ਮਨ ਵਿੱਚ ਕਿਤੇ ਥੋੜ੍ਹਾ ਮਾਤਰ ਵੀ ਛੋਇਆ ਨਹੀਂ ਹੈ। ਇਹ ਸੁਣ ਕੇ ਮਨ ਢਲ ਜਾਂਦਾ, ਉਹ ਮਨ ਕਿਤੇ ਦਰਵਿਆ ਹੀ ਨਹੀਂ ਹੈ, ਉਹ ਸ਼ਬਦ ਨੂੰ ਛੋਇਆ ਹੀ ਨਹੀਂ ਹੈ, ਅਸਰ ਹੀ ਨਹੀਂ ਕੀਤਾ ਉਹਨਾਂ ਉੱਪਰ। ਵਿਸ਼ੈ ਵਿਖੈ ਲੰਪਟ ਨਰ ਜੋ। ਜਿਸ ਤਰ੍ਹਾਂ ਕੋਈ ਮਨੁੱਖ ਜਿਹੜਾ ਹੁੰਦਾ ਉਹ ਵਿਸ਼ਿਆਂ ਵਿੱਚ ਬੜਾ ਲੰਪਟ ਹੋਵੇ, ਹਰ ਵਕਤ ਚੰਬੜਿਆ ਰਵੇ ਵਿਸ਼ਿਆਂ ਵਿੱਚ। ਭਾਵਹਿ ਕਿਉ ਬਿਰਕਤ ਤਾਸੋ। ਉਹਨੂੰ ਜੇ ਤਿਆਗ ਦਾ ਉਪਦੇਸ਼ ਦਿਓ, ਵਿਰਾਗ ਦਾ ਉਪਦੇਸ਼ ਦਿਓ ਵੀ ਇਹ ਕੰਮ ਛੱਡ ਦੇ ਤੂੰ ਮਾੜੇ, ਉਹਨੂੰ ਕਿੱਥੇ ਚੰਗਾ ਲੱਗਦਾ ਹੈ। ਮਹਾਰਾਜ ਕਹਿੰਦੇ ਕਿਉਂ ਭਾਵ ਹੈ, ਕਿਉਂ ਉਹਨੂੰ ਚੰਗਾ ਲੱਗੇ, ਉਹਨੂੰ ਨਹੀਂ ਚੰਗਾ ਲੱਗਦਾ ਹੈ। ਉਹ ਵਿਸ਼ਿਆਂ ਵਿੱਚ ਹੀ ਖੁਸ਼ ਰਹਿੰਦਾ, ਉਹ ਜੋ ਡੱਡੂ ਦੀ ਨਿਆਈ ਹੈ, ਵਿਸ਼ੇ ਲੰਪਟ ਮਨੁੱਖ। ਜਿਉ ਕਾਮੀ ਨਰ ਨਾਰਤ ਜਾਵਨਾ। ਜਿਵੇਂ ਕਾਮੀ ਪੁਰਸ਼ ਹੁੰਦਾ ਹੈ, ਜਿਹਨੂੰ ਕਾਮ ਬੜਾ ਪਿਆਰਾ ਹੈ, ਉਹਨੂੰ ਜੇ ਕਹਿ ਦੋ ਵੀ ਭਾਈ ਇਹ ਤੂੰ ਯਾਰੀ ਛੱਡ ਦੇ, ਇਸਤਰੀ ਦਾ ਜਿਹੜਾ ਮੋਹ ਕਰਦਾ ਹੈ, ਆ ਜਿਹੜਾ ਝੂਠਾ ਮਜਾਜੀ ਇਸ਼ਕ ਕਰਦਾ, ਇਹਨੂੰ ਤੂੰ ਛੱਡ ਦੇ। ਕੋਟ ਜਤਨ ਨਹਿ ਮਾਨ ਸਿਖਾਵਨਾ। ਉਹਨੂੰ ਕਰੋੜਾਂ ਯਤਨ ਕਰੋ, ਉਪਦੇਸ਼ ਦਿਓ, ਸਿੱਖਿਆ ਦਿਓ, ਉਹ ਨਹੀਂ ਮੰਨਦਾ ਹੈ, ਉਹ ਇਸ ਗੱਲ ਤੇ ਨਹੀਂ ਆਉਂਦਾ, ਉਹ ਆਪਣੀ ਆਦਤ ਮਾੜੀ ਨਹੀਂ ਛੱਡਦਾ ਹੈ। ਜਿਉ ਕਿਰਪਨ ਧਨ ਸੰਗ੍ਰਹਿ ਹੇਤਾ। ਜਿਉਂ ਕੰਜੂਸ ਮਨੁੱਖ ਪੈਸੇ ਨੂੰ ਇਕੱਠੇ ਕਰਨ ਵਾਸਤੇ ਤਜਨ ਤਾਹੇ ਸਿਖਵਨ ਨਹਿ ਲੇਤਾ। ਜੇ ਉਹਨੂੰ ਸਿੱਖਿਆ ਦਿੱਤੀ ਜਾਵੇ ਆ ਪੈਸੇ ਦਾ ਮੋਹ ਛੱਡ ਦੇ ਤੂੰ, ਇਹ ਤੈਨੂੰ ਦੁੱਖ ਦਊਗਾ, ਉਹਨੂੰ ਛੱਡਣ ਵਾਸਤੇ ਉਹ ਸਿੱਖਿਆ ਨਹੀਂ ਲੈਂਦਾ ਮਨੁੱਖ। ਜਿਹੜਾ ਕੰਜੂਸ ਹੈ, ਪੈਸੇ ਨੂੰ ਪਿਆਰ ਕਰਨ ਵਾਲਾ, ਉਹ ਇਹ ਕਹੂਗਾ ਵੀ ਦੱਸ ਉਹ ਕਿਹੜਾ ਬਿਜ਼ਨਸ ਹੈ ਜਿਹਦੇ ਨਾਲ ਮੈਨੂੰ ਵਾਧਾ ਹੋਵੇ, ਇਹ ਤੇ ਪੁੱਛ ਸਕਦਾ ਹੈ। ਛੱਡਣ ਵਾਸਤੇ ਉਹ ਸਿੱਖਿਆ ਨਹੀਂ ਲੈਂਦਾ ਮਨੁੱਖ ਕੰਜੂਸ। ਤਿਉ ਮੂਲੇ ਪੋਨਾ ਚੰਦੋ ਰਾਣੀ। ਇਸੇ ਤਰ੍ਹਾਂ ਗੁਰੂ ਜੀ ਦਾ ਸਹੁਰਾ ਮੂਲ ਚੰਦ ਤੇ ਚੰਦੋ ਰਾਣੀ। ਸ੍ਰੀ ਗੁਰ ਸ਼ਬਦ ਧਰਿਓ ਨਹਿ ਕਾਨੀ। ਗੁਰੂ ਜੀ ਦਾ ਸ਼ਬਦ ਸੁਣ ਕਰਕੇ ਵੀ ਅਣਸੁਣਿਆ ਕਰ ਦਿੱਤਾ, ਕੰਨਾਂ ਵਿੱਚ ਨਹੀਂ ਧਾਰਨ ਕੀਤਾ। ਬੋਲੀ ਬਾਹਰ ਕ੍ਰੋਧ ਸੋ ਬੈਨਾ। ਸਗੋਂ ਉਲਟਾ ਹੀ ਬੋਲੀ ਹੈ ਗੁਰੂ ਜੀ ਦੀ ਸੱਸ, ਬੜੇ ਕ੍ਰੋਧ ਦੇ ਬਚਨ ਕਹੇ ਆ, ਆਵਾ ਤਾਵਾ ਹੀ ਬੋਲਿਆ ਬਾਅਦ ਵਿੱਚ। ਫਿਰ ਭੇਦ ਨਾ ਜਾਣ ਹੈ ਇਹ ਗੁਣ ਐਨਾ। ਇਹ ਭੇਦ ਨਹੀਂ ਜਾਣਦੀ ਵੀ ਜੋ ਮੇਰੇ ਜਵਾਈ ਹੈ ਗੁਰੂ ਨਾਨਕ ਸਾਹਿਬ, ਇਹ ਤੇ ਗੁਣਾਂ ਦੇ ਘਰ ਪਰਮੇਸ਼ਰ ਰੂਪ ਹਨ। ਦੋਹਰਾ ਅਸ ਵਿਚਾਰ ਕੇ ਬਚਨ ਅਬ। ਇਸ ਤਰ੍ਹਾਂ ਦੇ ਵਿਚਾਰ ਕੇ ਬਚਨ ਭਨਨ ਲੱਗਾ ਹਮ ਪਾਸ। ਕਹਿੰਦੀ ਵੀ ਗੁਰੂ ਨਾਨਕ ਸਾਹਿਬ ਨੂੰ, ਆ ਮੇਰੇ ਜਵਾਈਆ, ਇਸ ਤਰ੍ਹਾਂ ਦੇ ਸ੍ਰੇਸ਼ਟ ਬਚਨ ਹੁਣ ਤੂੰ ਵਿਚਾਰ ਵਿਚਾਰ ਕੇ ਸਾਡੇ ਕੋਲ ਕਹਿਣਾ ਫਿਰਦਾ ਖਫਣੀ ਜੀ ਪਾ ਕੇ। ਪੂਰਬ ਕਿਉਂ ਨਾ ਵਿਚਾਰਿਓ। ਪਹਿਲਾਂ ਕਿਉਂ ਨਹੀਂ ਆ ਵਿਚਾਰ ਕੀਤੀ ਵਿਆਹ ਤੋਂ। ਜਬ ਕੀਨੋ ਘਰ ਵਾਸ। ਜਦੋਂ ਆ ਘਰ ਦਾ ਵਾਸਾ ਕੀਤਾ ਸੀ, ਸ਼ਾਦੀ ਕੀਤੀ ਸੀ, ਉਸ ਦਿਨ ਇਹ ਗੱਲਾਂ ਕਿਉਂ ਨਾ ਵਿਚਾਰੀਆਂ ਕੀਤੀਆਂ। ਹੁਣ ਆ ਖਫਣੀ ਜੀ ਪਾ ਕੇ ਤੇ ਸਾਨੂੰ ਉਪਦੇਸ਼ ਕਰਨ ਲੱਗੇ, ਸਾਨੂੰ ਸਿੱਖਿਆ ਦੇਣ ਲੱਗੇ ਹੋ। ਚੌਪਈ ਖਰਚ ਸਦਨ ਕੋ ਦੀਰਘ ਜਾਨਾ। ਮੈਨੂੰ ਤੇ ਪਤਾ ਲੱਗ ਗਿਆ ਹੈ ਕਿ ਪਰਿਵਾਰ ਵੱਧ ਗਿਆ ਹੈ, ਘਰ ਦਾ ਖਰਚਾ ਵੱਧ ਗਿਆ। ਹੁਣ ਘਰ ਦਾ ਖਰਚਾ ਬਹੁਤਾ ਜਾਣ ਕੇ ਵੇਖ ਫਕੀਰੀ ਨਿਜ ਤਨ ਠਾਨਾ। ਤੁਹਾਨੂੰ ਪਤਾ ਵੀ ਖਰਚ ਪੱਠਾ ਪੂਰਾ ਹੋਣਾ ਕੋਈ ਨਹੀਂ, ਇਸੇ ਕਰਕੇ ਜਿਹੜਾ ਫਕੀਰੀਆਂ ਦਾ ਭੇਖ ਹੈ, ਉਹ ਸਾਧੂਆਂ ਦਾ ਭੇਖ ਝੂਠਾ ਜਿਹਾ ਸਰੀਰ ਤੇ ਤੁਸਾਂ ਨੇ ਧਾਰਨ ਕਰ ਲਿਆ ਹੈ। ਜੇ ਜਾਣਤ
ਤੈ ਐਸੀ ਕਰਨੀ। ਇਹ ਗੁਰੂ ਨਾਨਕ ਸਾਹਿਬ, ਜੇ ਤੁਸਾਂ ਨੇ ਆ ਜਾਣਦੇ ਸੀ ਵੀ ਇਸੇ ਤਰ੍ਹਾਂ ਹੀ ਗੱਲਬਾਤ ਕਰਨੀ, ਆਪਣੀ ਮਰਜ਼ੀ 'ਚ ਹੀ ਰਹਿਣਾ ਹੈ। ਮੋ ਤਨ ਜਾ ਬਿਪਤਾ ਤਿਉ ਜਰਨੀ। ਮੇਰੀ ਆ ਧੀ ਸੁਲੱਖਣੀ ਨੇ ਭਲਾ ਤੁਹਾਡੇ ਨਾਲ ਵਿਆਹ ਕਰਕੇ ਕਿਉਂ ਇਹ ਬਿਪਤਾ ਸਹਿਣੀ ਸੀ, ਕਿਉਂ ਜਰਨੀ ਸੀ? ਕਿਉ ਕਰਤੀ ਤਿਹ ਕੋ ਸੰਬੰਧਾ। ਮੇਰੀ ਧੀ ਧਿਆਣੀ ਕੱਲੀ ਕੱਲੀ ਸਾਨੂੰ, ਫਿਰ ਕਿਉਂ ਅਸਾਂ ਨੇ ਆ ਤੁਹਾਡੇ ਨਾਲ ਉਹਦਾ ਰਿਸ਼ਤਾ ਕਰਨਾ ਸੀ ਤੇ ਕਿਉਂ ਤੰਗੀ ਸਹਿਣੀ ਸੀ? ਭਇਓ ਭਾਗ ਜਿਹ ਕੋ ਆਤਮੰਦਾ। ਮੇਰੀ ਸੁਪੁੱਤਰੀ ਸੁਲੱਖਣੀ ਜਿਸ ਦਾ ਤੁਹਾਡੇ ਨਾਲ ਰਿਸ਼ਤਾ ਹੋ ਗਿਆ, ਉਹਦੇ ਤੇ ਬੜੇ ਭਾਗ ਹੀ ਮਾੜੇ ਹੋ ਗਿਆ। ਪੂਰਬਲੇ ਮਾੜੇ ਕਰਮੀ ਕਿਤੇ ਸਾਹਮਣੇ ਆ ਗਏ ਹਨ। ਹਮ ਹੈ ਰਹਿ ਤਨ ਜਾ ਦੁਖ ਨਾ। ਹੁਣ ਤੁਸੀਂ ਦੱਸੋ ਵੀ ਆ ਇਸ ਵਜ੍ਹਾ ਨਾਲ ਹੀ ਸਾਰੀ ਉਮਰ ਆਪਣੀ ਸੁਪੁੱਤਰੀ ਨੂੰ ਆ ਔਖੇ ਦੁਖੀ ਦੇਖਦੇ ਰਵਾਂਗੇ। ਤੇਰੇ ਉਰ ਪਰਮੇਸ਼ਰ ਪੈਨਾ। ਗੁਰੂ ਨਾਨਕ ਮੈਂ ਤੇ ਸਿੱਧਾ ਕਹਿੰਦੀ ਆ ਕਿ ਤੁਹਾਡੇ ਹਿਰਦੇ ਵਿੱਚ ਤੇ ਰੱਬ ਦਾ ਤੇ ਕੋਈ ਡਰ ਪੈ ਹੈ ਨਹੀਂ। ਬਾਲਕ ਪਾਲਕ ਹੋਵਹਿ ਕੌਣ। ਦੱਸੋ ਆ ਜਿਹੜੇ ਛੋਟੇ ਛੋਟੇ ਬੱਚੇ ਸ਼੍ਰੀ ਚੰਦ ਲਖਮੀ ਦਾਸ, ਇਹਨਾਂ ਨੂੰ ਪਾਲਣ ਵਾਲਾ ਹੁਣ ਕੌਣ ਹੋਵੇ? ਕਿਹ ਆਧਾਰ ਹੋਏ ਕਹੋ ਕੌਣ। ਇਹਨਾਂ ਦਾ ਕੌਣ ਹੈ ਜਿਹੜਾ ਆਸਰਾ ਹੋਵੇ? ਹੁਣ ਜਿਹੜਾ ਪਿਓ ਦੇ ਸਾਧ ਬਣ ਗਿਆ ਹੈ। ਜਿਨ੍ਹਾਂ ਕੋ ਸੁਧ ਬੁੱਧ ਆਏ ਨਾ ਕੋ। ਜਿਨ੍ਹਾਂ ਛੋਟੇ ਛੋਟਿਆਂ ਨੂੰ ਹਜੇ ਤੱਕ ਕੋਈ ਹੋਸ਼ ਨਹੀਂ ਆਈ, ਕੋਈ ਅਕਲ ਬੁੱਧੀ ਨਹੀਂ ਆਈ। ਦਰਬ ਕਮਾਵਨ ਕੀ ਬਿਦ ਜੋ ਪੈਸੇ ਕਮਾਉਣ ਦੀ ਵੱਡਿਆਂ ਹੋ ਕੇ ਵਿਧੀ ਹੈ, ਉਹ ਤੇ ਕੋਈ ਆਈ ਨਹੀਂ, ਹਜੇ ਤੇ ਛੋਟੇ ਛੋਟੇ ਹਨ। ਨਾ ਕੋਈ ਹੋਸ਼ ਹੈ, ਨਾ ਕੋਈ ਅਕਲ ਹੈ ਸਿਆਣਿਆਂ ਵਾਲੀ। ਤਾਜ ਭਾਜੇ ਤਿਨ ਕੋ ਅਬ ਐਸੇ। ਵੇਖ ਲਓ ਤੁਸੀਂ ਤੇ ਇਹਨਾਂ ਨੂੰ ਛੱਡ ਕੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਤੇ ਘਰ ਵਾਲੀ ਨੂੰ ਤੇ ਇਸੇ ਤਰ੍ਹਾਂ ਹੀ ਭੱਜੇ ਹੋ। ਜਾਂ ਮਨ ਬਸ ਪਰਦੇਸੀ ਜਾਸੇ। ਜਿਸ ਤਰ੍ਹਾਂ ਪਰਦੇਸੀ ਮਨੁੱਖ ਰਾਤ ਨੂੰ ਆਉਂਦਾ, ਰਾਤ ਕੱਟ ਕੇ ਦਿਨ ਚੜਿਆ ਭੱਜ ਨੱਠ ਜਾਂਦਾ ਹੈ। ਸੁਤ ਕੋ ਮੋਹ ਨਾ ਮਨ ਮਹਿ ਆਵਹਿ। ਤੁਹਾਡਾ ਤੇ ਪਤਾ ਨਹੀਂ ਕਿਹੋ ਜਿਹਾ ਹਿਰਦਾ ਕਿ ਮੇਰੇ ਸੋਹਣੇ ਸੋਹਣੇ ਛੋਟੇ ਪੁੱਤਰ ਹੈ, ਉਹਨਾਂ ਦਾ ਮਨ ਵਿੱਚ ਤੁਹਾਡੇ ਮੋਹ ਪ੍ਰੇਮ ਹੀ ਨਹੀਂ ਆਉਂਦਾ। ਜੋ ਜਗ ਮਹਿ ਨਿਜ ਬੰਸ ਵਧਾਵਹਿ। ਜਿਹੜੇ ਆ ਸਪੁੱਤਰ ਜਗਤ ਵਿੱਚ ਅੰਸ ਬੰਸ ਵਧਾਉਂਦੇ ਆ, ਲੋਕ ਆਉਣ ਵਾਲੇ ਸਮੇਂ 'ਚ ਕਹਿੰਦੇ ਵੀ ਫਲਾਣੇ ਦਾ ਪੁੱਤਰ ਹੈ, ਤੁਹਾਨੂੰ ਤੇ ਕਿਤੇ ਰਤਾ ਭਰ ਵੀ ਮੋਹ ਹੀ ਨਹੀਂ ਹੈ ਇਹਨਾਂ ਦਾ। ਦੋਹਰਾ ਪੁੱਤਰਨ ਕੇ ਹਿਤ ਨ ਸਬੈ। ਸਾਰੇ ਜਿਹੜੇ ਲੋਕ ਹੈ ਉਹ ਤੇ ਆਪਣੇ ਪੁੱਤਰਾਂ ਵਾਸਤੇ ਮਰਦੇ ਜਾਂਦੇ ਹਨ। ਕਰਹਿ ਅਨਕ ਪ੍ਰਯਾਸ। ਅਨੇਕਾਂ ਯਤਨ ਕਰਦੇ ਆਪਣੇ ਧੀਆਂ ਪੁੱਤਾਂ ਵਾਸਤੇ, ਇੱਥੋਂ ਵੀ ਲੁੱਟ ਲਈਏ, ਇੱਥੋਂ ਵੀ ਕਮਾ ਲਈਏ, ਤੁਸੀਂ ਤੇ ਕਿਤੇ ਵੇਂਦੇ ਤੱਕ ਨਹੀਂ ਇਹਨਾਂ ਵੱਲ। ਤੇਨਾ ਕੋ ਅਬਹਿ ਅਨਾਥ ਕਰ। ਇਹਨਾਂ ਨੂੰ ਤੇ ਤੁਸਾਂ ਨੇ ਐਵੇਂ ਕਰ ਦਿੱਤਾ ਜਿਵੇਂ ਉਹਨਾਂ ਦਾ ਜੀਂਦੇ ਜੀ ਕੋਈ ਪਿਓ ਮਰ ਜਾਵੇ ਤੇ ਬੱਚੇ ਅਨਾਥ ਹੋ ਜਾਂਦੇ, ਯਤੀਮ ਹੋ ਜਾਂਦੇ ਐ। ਇਹਨਾਂ ਨੂੰ ਤੇ ਤੁਸਾਂ ਨੇ ਆਪਣੇ ਹੁੰਦਿਆਂ ਹੁੰਦਿਆਂ ਅਨਾਥ ਹੀ ਕਰ ਛੱਡਿਆ ਹੈ। ਸਾਧ ਬਨਾ ਦੁਖ ਰਾਸ। ਦੁੱਖ ਦੇਣ ਵਾਲਾ ਬਹੁਤ ਵੱਡਾ ਹੀ ਤਗੜਾ ਹੀ ਪਖੰਡੀ ਸਾਧ ਬਣ ਗਿਆ ਹੈ। ਜੋ ਪਈ ਦਰਬ ਫਕੀਰਨ ਦਰਬ ਫਕੀਰਨ ਸਰਬ ਲੁਟਾਇਆ। ਇੰਨਾ ਮੋਦੀ ਖਾਨੇ ਵਿੱਚ ਕੰਮ ਸੀ, ਪੈਸਾ ਸੀ, ਉਹਦੇ ਤੁਸਾਂ ਨੇ ਜੋ ਮੋਦੀ ਖਾਨੇ ਦਾ ਕੰਮ ਫੜਿਆ ਤੇ ਸਾਰਾ ਹੀ ਪੈਸਾ ਲਟਾ ਦਿੱਤਾ ਫਕੀਰਾਂ ਨੂੰ। ਅਬ ਜੋ ਬਾਕੀ ਤਨਹਿ ਦਿਵਾਇਆ। ਹੁਣ ਜਿਹੜਾ ਬਾਕੀ ਬਚਦੇ 760 ਰੁਪਏ ਉਹ ਤੇ ਇਹਨਾਂ ਨੂੰ ਦਵਾ ਦਿਓ। ਅਹ 760 ਜੋ ਬਾਕੀ। ਜੋ ਬਾਕੀ ਤੁਹਾਡੇ ਵਾਧੇ ਦੇ 760 ਰੁਪਏ ਨਵਾਬ ਵਾਲਿਆ ਵੀ ਉਹਦੇ ਹੁਣ ਦਵਾ ਦਿਓ। ਦੇਹੋ ਭਰ ਜਾ ਸੁਧ ਲਿਹੁ ਤਾਕੀ। ਆਪਣੀ ਜਿਹੜੀ ਸੁਪਤਨੀ ਸੁਲੱਖਣੀ ਨੂੰ ਦਿਓ ਵੀ ਆ ਜਾਂਦੇ ਜਾਂਦੇ ਤੇ ਕੋਈ ਖਬਰਸਾਰ ਲੈ ਜਾਓ ਇਹਨਾਂ ਦੀ। ਮੂਲਾ ਕਹਿ ਹਿਰਦੇ ਮੈਂ ਜਾਣਤ। ਇਹਨੇ ਨੂੰ ਜਿਹੜਾ ਸਹੁਰਾ ਹੈ ਮੂਲ ਚੰਦ ਗੁਰੂ ਜੀ ਦਾ, ਉਹ ਕਹਿਣ ਲੱਗਾ ਵੀ ਚੰਦੋ ਰਾਣੀ ਕਾਹਨੂੰ ਖਪਦੀ, ਮੈਂ ਤੇ ਪਹਿਲਾਂ ਹੀ ਜਾਣਦਾ ਸੀ। ਪੂਰਬ ਕਰਮਨ ਤੇ ਅਨੁਮਾਨਤ। ਜਦੋਂ ਵੀ ਆ ਪੱਖੋਂ ਕੇ ਰੰਧਾਵਾ ਤੋਂ ਚੱਲ ਕੇ ਆਈਦਾ ਸੀ, ਮੋਦੀ ਖਾਨੇ ਵਿੱਚ ਵਹਿੰਦੇ ਰਿਹਾ ਮੈਂ, ਪਹਿਲਾਂ ਇਹਨਾਂ ਦੇ ਕੰਮ ਲੁਟਾਈ ਜਾਂਦੇ ਸੀ, ਦਈ ਜਾਂਦੇ ਸੀ ਖੁੱਲਾ
ਮੈਂ ਤੇ ਪਹਿਲੇ ਕੰਮਾਂ ਨੂੰ ਵੇਖ ਕੇ ਅਨੁਮਾਨ ਲਾ ਲਿਆ ਸੀ ਇਹ ਹੋਵਹਿ ਇੱਕ ਦਿਓਸ ਫਕੀਰਾ ਕਿ ਜਿਹੋ ਜਿਹੇ ਇਹਨਾਂ ਨੇ ਕੰਮ ਫੜੇ ਹੋਏ ਇੱਕ ਦਿਨ ਇਹਨਾਂ ਨੇ ਫਕੀਰ ਹੋ ਹੀ ਜਾਣਾ, ਖਫਣੀ ਪਾ ਹੀ ਲੈਣੀ ਹੈ। ਪੀ ਤਸ ਬਿਦ ਕੀਏ ਬੇਖ ਸਰੀਰਾ ਵੇਖ ਲੋ ਜਿਹੜੀ ਗੱਲ ਸੋਚੀ ਉਹ ਹੋਈ ਹੈ ਨਾ, ਪੂਰੀ ਗੱਲ ਉਸੇ ਤਰ੍ਹਾਂ ਹੋ ਗਈ ਹੈ। ਤੇ ਇਹਨਾਂ ਨੇ ਸਰੀਰ ਦੇ ਉੱਪਰ ਭੇਖ ਧਾਰ ਲਿਆ ਪਖੰਡੀਆਂ ਵਾਲਾ, ਚੁੱਪ ਕਰ ਰਹਿੰਦੇ ਤੇ ਖਫਣੀ ਪਾਈ ਹੋਈ ਹੈ। ਸੁਨਹਿ ਜਰਾਮਾ ਨਾਨਕੀ ਬੈਨਾ ਇੱਧਰ ਜੋ ਗੁਰੂ ਜੀ ਦੇ ਜੀਜਾ ਜੈ ਰਾਮ ਜੀ ਹਨ ਤੇ ਭੈਣ ਨਾਨਕੀ ਜੀ ਹੈ, ਇਹਨਾਂ ਦੇ ਬਚਨ ਸੁਣ ਰਹੇ ਕੋਲ ਬੈਠੇ ਜੀ। ਕੋਨਾ ਸ੍ਰੀ ਨਾਨਕ ਸਭ ਗੁਣ ਐਨਾ ਉਹਨਾਂ ਜੋ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸਾਰੇ ਗੁਣਾਂ ਦੇ ਘਰ ਹਨ। ਉੱਤਰ ਤਿਨ ਕੋ ਦੇ ਨਾ ਕੋ ਤਿੰਨਾਂ ਨੇ ਇਹਨਾਂ ਨੂੰ ਉੱਤਰ ਨਹੀਂ ਦਿੱਤਾ। ਸੱਸ ਸਹੁਰੇ ਨੂੰ ਵੀ ਅਗਿਆਨੀ ਹੈ, ਇਹਨਾਂ ਨੂੰ ਕੀ ਸਮਝਾਉਣਾ, ਜੇ ਸਮਝਾਵਾਂਗੇ ਇਹਨਾਂ ਕਿਹੜਾ ਸਮਝਣਾ, ਸਗੋਂ ਹੋਰ ਗੰਢ ਗੰਢ ਕੇ ਸੁਣਾਉਣੀਆਂ। ਕੋਈ ਉੱਤਰ ਨਹੀਂ ਦਿੱਤਾ ਤਿਨਾਂ ਨੇ। ਕਰੀ ਮਸਟ ਵੱਡ ਜਾਣੇ ਸੋ ਸਗੋਂ ਸਮਝਿਆ ਵੀ ਚਲੋ ਵੱਡੇ ਐ, ਕੀ ਕਹਿਣਾ, ਵੱਡੇ ਜਾਣਿਆ ਹੈ। ਤੇ ਵੱਡੇ ਜਾਣ ਕੇ ਮਹਾਰਾਜ ਜੀ ਨੇ, ਭੈਣ ਨਾਨਕੀ ਜੀ ਨੇ, ਭਾਈ ਜੈ ਰਾਮ ਜੀ ਨੇ ਚੋਪੀ ਧਾਰਨ ਕੀਤੀ ਹੋਈ ਹੈ। ਦੋਹਰਾ ਦੌਲਤ ਖਾਨਾ ਨਰੇਸ਼ ਤਾਨਾ ਇੱਧਰ ਜੋ ਨਵਾਬ ਦੌਲਤ ਖਾਂ ਹੈ ਰਾਜਾ, ਉਸਨੇ ਪੈਸੇ ਭੇਜ ਦਿਓ ਤਿਹ ਕਾਲ ਜਦੋਂ ਇਹ ਗੱਲਬਾਤ ਹੋ ਰਹੀ ਸੀ ਉਸ ਸਮੇਂ ਉਸਨੇ ਇੱਕ ਮਨੁੱਖ ਨੂੰ, ਦਾਸ ਆਪਣੇ ਨੌਕਰ ਨੂੰ ਪੈਸੇ ਦੇ ਕੇ ਭੇਜ ਦਿੱਤਾ। 80 ਅਧਿਕ ਪੁਨ 300 80 ਅਧਿਕ ਪੁਨ 300 380 ਰੁਪਏ। 300 ਤੋਂ ਉੱਪਰ ਵੱਧ 80 760 ਰੁਪਏ ਸਾਰੇ ਸਨ ਤੇ ਅੱਧ ਬਣਦਾ 380, ਉਹ 380 ਰੁਪਏ। ਆਨੇ ਨਿਕਟ ਗੋਪਾਲ ਜੋ ਗੋਪਾਲ ਗੁਰੂ ਨਾਨਕ ਸਾਹਿਬ ਜੀ ਹਨ, ਉਹਨਾਂ ਦੇ ਕੋਲ ਇੱਕ ਮਨੁੱਖ ਲੈ ਕੇ ਆ ਗਿਆ ਹੈ। ਜੋ ਪਈ ਲੀਨ ਜਰਾਮ ਹਾਥ ਸੋ ਦਰਬਾਰ ਉਧਰ ਜੋ ਭਾਈਆ ਜੈ ਰਾਮ ਉਸਨੇ ਗੁਰੂ ਨਾਨਕ ਸਾਹਿਬ ਜੀ ਪਾਸੋਂ 760 ਰੁਪਏ ਸਾਰੇ ਆਪਣੇ ਹੱਥਾਂ ਵਿੱਚ ਲੈ ਕਰਕੇ ਜਾਏ ਸੁਲਖਣੀ ਟਿਗ ਦੀ ਸਰਬਾ ਜਿੱਥੇ ਮਾਤਾ ਸੁਲੱਖਣੀ ਜੀ ਸਨ ਉਹਨਾਂ ਦੇ ਕੋਲ ਜਾ ਕਰਕੇ ਉਹ ਸਾਰੇ ਦੇ ਸਾਰੇ 380 ਰੁਪਏ ਦੇ ਦਿੱਤੇ ਹਨ। ਅਰਧ ਰਹੇ ਸੋ ਖਾਨ ਨਿਰਪਾਲਾ ਜਿਹੜੇ ਅੱਧੇ 380 ਰੁਪਏ ਰਹਿ ਗਏ ਹਨ ਰਾਜਾ ਨਵਾਬ ਦੌਲਤ ਖਾਂ ਦਏ ਫਕੀਰਨ ਜਹਾਂ ਬਿਸਾਲਾ ਜਿੱਥੇ ਉਹ ਖੁਦਾ ਦੇ ਫਕੀਰ ਸਾਧੂ ਸਨ ਉਹਨਾਂ ਦੇ ਸ਼ਗਨ ਛਕਾਉਣ ਵਾਸਤੇ ਉਹ 380 ਰੁਪਏ ਦੇ ਦਿੱਤੇ ਹਨ। ਸੋ ਬਾਸੁਰ ਤਹ ਬੀਤਿਓ ਸਗਰਾ ਉੱਥੇ ਉਹ ਜਿਹੜਾ ਦਿਨ ਭਾਈਆ ਜੈ ਰਾਮ ਦੇ ਘਰ ਸਾਰਾ ਦਿਨ ਤੇ ਰੌਲਾ ਰੱਪੇ ਵਿੱਚ ਹੀ ਬੀਤ ਗਿਆ ਹੈ। ਸਾਸ ਸਸੁਰ ਕੋ ਕਰਤੇ ਹੋ ਝਗੜਾ ਸੱਸ ਤੇ ਸਹੁਰਾ ਜੋ ਗੁਰੂ ਜੀ ਦੇ ਹਨ ਇਹਨਾਂ ਦਾ ਇਹ ਝਗੜਾ ਕਰਦਾ, ਇਹਨਾਂ ਦਾ ਸਾਰਾ ਦਿਨ ਲੰਘ ਗਿਆ ਉੱਥੇ। ਇੱਕ ਰਜਨੀ ਭਈ ਆਨ ਕਰ ਜਬਹੀ ਜਦੋਂ ਰਾਤ ਹੋ ਗਈ ਹੈ ਭੋਜਨ ਕਰ ਪੌਡੇ ਘਰ ਸਭ ਹੀ ਸਾਰੇ ਜਿਹੜੇ ਚੰਗੀ ਤਰ੍ਹਾਂ ਸੋਹਣਾ ਭੋਜਨ ਕਰਕੇ ਬਿਰਾਜ ਗਏ, ਲੇਟ ਗਏ ਹਨ। ਅਰਣੋਦਿਤ ਉਠ ਆਰਤਿਹਾਰੀ ਸੂਰਜ ਚੜ੍ਹਨ ਤੋਂ ਪਹਿਲਾਂ ਇਹ ਵੱਡੀ ਸਵੇਰ ਗੁਰੂ ਜੀ ਉੱਠ ਕੇ ਜੋ ਦੁੱਖਾਂ ਨੂੰ ਨਾਸ ਕਰਨ ਵਾਲੇ ਹਨ। ਗਮਨੇ ਜਹ ਸਰਤਾ ਬਰਬਾਰੀ ਜਿੱਥੇ ਵੇ ਨਦੀ ਦਾ ਬੜਾ ਸੋਹਣਾ ਸ੍ਰੇਸ਼ਟ ਜਾਲ ਹੈ ਉਧਰ ਗੁਰੂ ਜੀ ਚਲੇ ਗਏ। ਕਰ ਦਾਤਨ ਮੁਖ ਜਲਜ ਪਖਾਰਾ ਪਹਿਲਾਂ ਜਾ ਕੇ ਦਾਤਣ ਕੀਤੀ ਹੈ, ਫਿਰ ਕਵਲ ਵਰਗਾ ਮੁਖ ਵੇਈ ਨਦੀ ਵਿੱਚੋਂ ਸਾਫ਼ ਕੀਤਾ ਧੋਤਾ ਹੈ। ਪੁਨ ਮੱਜਨ ਕੀਏ ਵੇ ਮਜਾਰਾ ਉਹਨਾਂ ਇਸ਼ਨਾਨ ਕੀਤਾ ਵੇਈ ਨਦੀ ਵਿੱਚ। ਵਹਿਰ ਨਿਕਸ ਕਰ ਪਾਛ ਸਰੀਰਾ ਫਿਰ ਗੁਰੂ ਸਾਹਿਬ ਜੀ ਬਾਹਰ ਨਿਕਲ ਕੇ ਸਰੀਰ ਨੂੰ ਜਿਹੜਾ ਚੰਗੀ ਤਰ੍ਹਾਂ ਸੁੰਦਰ ਕੱਪੜੇ ਨਾਲ ਪੂੰਝਿਆ ਹੈ, ਸਾਫ਼ ਕੀਤਾ ਹੈ। ਕੀਨ ਕੋ ਪੀਨ ਹੈ ਗੁਣੀ ਗਹੀਰਾ ਜੋ ਗੁਣਾਂ ਦੇ ਸਮੁੰਦਰ ਹੈ ਗੁਰੂ ਸਾਹਿਬ ਜੀ ਲੰਗੋਟੀ ਜੀ ਵਾਂਗ ਉਹ ਬੰਨ ਲਿਆ ਹੈ ਚਾਦਰ। ਤੇ ਇਸ ਸਥਿਤ ਤਹ ਹੇਰਿਓ ਰੋਰਾ
ਜਿੱਥੇ ਗੁਰੂ ਜੀ ਇਸਤਤ ਸਨ ਟਿਕੇ ਹੋਏ ਸੀ ਨਦੀ ਕਿਨਾਰੇ, ਕੋਲ ਹੀ ਇੱਕ ਪੁਲ ਹੈ, ਉੱਥੇ ਰੌਲਾ ਪੈਂਦਾ ਵੇਖਿਆ ਮਹਾਰਾਜ ਜੀ ਨੇ। ਉਦੋ ਜਗਾਤੀ ਖਤਰੀ ਰਠੌਰਾ, ਉਸ ਥਾਂ ਤੇ ਉਹ ਖੱਤਰੀ ਸੀ ਜੋ ਜਗਾਤੀ ਸੀ ਆ, ਮੂਲ ਟੈਕਸ ਲੈਂਦਾ ਸੀ ਆਉਂਦੇ ਜਾਂਦੇ ਰਾਹੀਆਂ ਪਾਸੋਂ। ਇੱਕ ਦੁਇਜ ਤੇਨ ਆਨ ਤੋ ਰੋਕਾ, ਇੱਕ ਬ੍ਰਾਹਮਣ ਜਿਹੜਾ ਗਊ ਲੈ ਕੇ ਆ ਰਿਹਾ ਸੀ ਉਸ ਨੂੰ ਰੋਕਿਆ ਸੀ ਇਸ ਖੱਤਰੀ ਨੇ। ਦਿਓ ਜਗਾਤ ਆਨ ਤੋ ਸੋਕਾ, ਦਿਓ ਜਗਾਤ ਆਨ ਤੋ ਸੋਕਾ। ਕਹਿਣ ਲੱਗਾ ਵੀ ਆ ਕਿਵੇਂ ਤੂੰ ਜਿਹੜੀ ਗਊ ਨੂੰ ਸੁੱਕਾ ਹੀ ਲੈ ਆਇਆ ਹੈ ਤੇ ਮੇਰਾ ਮਸੂਲ ਜਿਹੜਾ ਟੈਕਸ ਤੂੰ ਦਿੱਤਾ ਕੋਈ ਨਹੀਂ, ਆ ਦੇ ਇੱਥੇ ਸਾਰਾ ਟੈਕਸ। ਜਾਚੇ ਕਿਤਕ ਨਹੀਂ ਤਹ ਪਾਸੀ, ਜਿੰਨੇ ਕਿਸ ਖੱਤਰੀ ਨੇ ਉਹ ਬ੍ਰਾਹਮਣ ਗਊ ਵਾਲੇ ਕੋਲ ਪੈਸੇ ਮੰਗੇ ਆ, ਉਹਦੇ ਕੋਲ ਹੈ ਨਹੀਂ ਸੀ ਉਹਨੇ ਪੈਸੇ। ਦ੍ਵਿਜ ਕੀ ਦਸ਼ਾ ਦੇਖ ਬਨਾਸ਼ੀ, ਬ੍ਰਾਹਮਣ ਵਿਚਾਰਾ ਬੜਾ ਨਿਮਾਣਾ ਹੋ ਰਿਹਾ ਸੀ, ਉਹਦੀ ਹਾਲਤ ਨੂੰ ਵੇਖ ਕੇ ਅਬਿਨਾਸੀ ਮਹਾਰਾਜ ਚੌਂਕਾ ਧੋਤੀ ਟਿੱਕਾ ਮਾਲਾ। ਉਹ ਜਿਹੜਾ ਖੱਤਰੀ ਸੀ ਜਦੋਂ ਇਹ ਗਾਂ ਖੜੀ ਸੀ ਉਹ ਪੁਲ ਦੇ ਉੱਪਰ ਉਹਨੇ ਗੋਬਰ ਜਾ ਕਰ ਦਿੱਤਾ। ਇਹ ਗੋਬਰ ਜਾ ਫੜ ਕੇ ਜਿਹਨੂੰ ਗੋਇਆ ਕਹਿੰਦੇ ਆਪਾਂ, ਉਹ ਲੈ ਕਰਕੇ ਤੇ ਚੌਂਕਾ ਦਿੱਤਾ ਹੈ, ਤੇੜ ਧੋਤੀ ਬੰਨੀ ਹੈ, ਟਿੱਕਾ ਲਾਇਆ ਮੱਥੇ ਤੇ ਗਲ ਵਿੱਚ ਮਾਲਾ ਪਾਈ ਬੜੀ ਲੰਮੀ ਸਾਰੀ। ਭਲੇ ਬਣਾਓ ਲਖਿਓ ਕਿਰਪਾਲਾ, ਦਇਆਲੂ ਕਿਰਪਾਲੂ ਗੁਰੂ ਮਹਾਰਾਜ ਨੇ ਜਾਣਿਆ ਵੀ ਚੰਗਾ ਹੀ ਇਸ ਨੇ ਠਾਠ ਬਾਠ ਬਣਾਇਆ ਹੈ, ਚੰਗਾ ਹੀ ਇਹਨੇ ਭੇਖ ਬਣਾਇਆ ਹੋਇਆ ਆਪਣਾ। ਬਿਪਰ ਗਊ ਕੀ ਮੋਚਨ ਰੋਕਾ, ਬ੍ਰਾਹਮਣ ਦੀ ਜਿਹੜੀ ਗਊ ਇਹਨੇ ਰੋਕੀ ਹੋਈ ਸੀ ਖੱਤਰੀ ਨੇ ਟੈਕਸ ਵਾਸਤੇ, ਉਸ ਨੂੰ ਹਟਾਉਣ ਲਈ ਤਿਸ ਪਰ ਸ੍ਰੀ ਗੁਰ ਕਹਿਓ ਸਲੋਕਾ। ਉਸ ਨੂੰ ਉਪਦੇਸ਼ ਦੇਣ ਵਾਸਤੇ ਖੱਤਰੀ ਨੂੰ ਵੀ ਤੇਰਾ ਕੰਮ ਕੀ ਹੈ, ਤੂੰ ਕਰਦਾ ਕੀ ਫਿਰਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਨੇ ਸ਼ਲੋਕ ਦੇ ਰਾਹੀਂ ਸ਼ਬਦ ਕਿਹਾ ਹੈ ਜੋ ਆਸਾ ਦੀ ਵਾਰ ਵਿੱਚ 16ਵਾਂ ਛਕੇ ਦੇ ਸਮੇਤ ਸ਼ਬਦ ਆਉਂਦਾ ਹੈ। ਸ਼ਲੋਕ ਮਹੱਲਾ ਪਹਿਲਾ, ਗੋ ਬ੍ਰਾਹਮਣ ਕੋ ਕਰ ਲਾਵਹੁ। ਗੁਰੂ ਨਾਨਕ ਸਾਹਿਬ ਜੀ ਉਚਾਰਨ ਕਰਦੇ ਆ ਵੀ ਖੱਤਰੀਆ, ਗਊ ਨੂੰ ਤੁਸੀਂ ਮਾਤਾ ਮੰਨਦੇ ਹੋ, ਬ੍ਰਾਹਮਣ ਨੂੰ ਤੁਸੀਂ ਗੁਰੂ ਮੰਨਦੇ ਹੋ, ਫਿਰ ਉਸੇ ਨੂੰ ਹੀ ਤੁਸੀਂ ਜਿਹੜਾ ਇਹ ਟੈਕਸ ਲਾ ਰਹੇ ਹੋ। ਗੋਬਰ ਤਰਨ ਨਾ ਜਾਈ, ਉਸੇ ਨੂੰ ਤੂੰ ਟੈਕਸ ਲਾ ਰਿਹਾ ਹੈ। ਗਾਣੇ ਗੋਬਰ ਕੀਤਾ ਤੇ ਉਸੇ ਵੇਲੇ ਲੈ ਕੇ ਚੌਂਕਾ ਦੇਣਾ ਸ਼ੁਰੂ ਕਰ ਦਿੱਤਾ, ਫੇਰਨਾ ਸ਼ੁਰੂ ਕੀਤਾ ਹੈ। ਇਸ ਤਰ੍ਹਾਂ ਤਾਂ ਨਹੀਂ ਖੱਤਰੀਆ ਤਰਿਆ ਜਾਣਾ। ਧੋਤੀ ਟਿੱਕਾ ਤਾ ਜਬ ਮਾਲੀ, ਤੇੜ ਧੋਤੀ ਬੰਨੀ ਮੱਥੇ ਤੇ ਟਿੱਕਾ ਲਾਇਆ, ਗਲ ਵਿੱਚ ਜਪਣ ਵਾਲੀ ਮਾਲਾ ਪਾਈ ਐ ਤੈਂ। ਧਾਨ ਮਲੇਛਾ ਖਾਈ, ਜਿਹੜੀ ਮੈਲੀ ਇੱਛਾ ਵਾਲੇ ਆ ਮੁਗਲ ਹੈ, ਪਠਾਨ ਜਿਹੜੇ ਤੁਰਕ ਹਨ, ਮੁਸਲਮਾਨ, ਅੰਨ ਤੇ ਧਨ ਤੇ ਅੰਨ ਤੇ ਤੂੰ ਉਹਨਾਂ ਦਾ ਹੀ ਖਾਂਦਾ ਹੈ। ਅੰਤਰ ਪੂਜਾ ਪੜ੍ਹੈ ਕਤੇਬਾ, ਅੰਦਰ ਖਾਤੇ ਜਿਹੜਾ ਤੂੰ ਠਾਕਰਾਂ ਦੀ ਸਾਲਗਰਾਮ ਦੀ ਪੂਜਾ ਕਰਦਾ ਹੈ, ਬਾਹਰ ਜਦੋਂ ਮੁਸਲਮਾਨਾਂ ਨੂੰ ਵੇਖ ਲੈਣਾ ਕਿਤੇ ਪੜ੍ਹਦਾ, ਕਦੀ ਕੁਰਾਨ ਪੜ੍ਹਨ ਲੱਗ ਪੈਣਾ ਹੈ, ਕਦੀ ਅੰਜੀਲ, ਕਦੀ ਤੁਰੇਦ, ਕਦੀ ਜੰਬੂਰ ਪੜ੍ਹਦਾ ਹੈ। ਸੰਜਮ ਤੁਰਕਾ ਪਾਈ, ਇਹ ਭਰਾਵਾ ਖੱਤਰੀਆ ਤੇਰਾ ਜਿਹੜਾ ਇਹ ਸੰਜਮ ਹੈ, ਯਤਨ ਹੀਲਾ ਢੰਗ ਤਰੀਕਾ ਇਹਦੇ ਮੁਸਲਮਾਨਾਂ ਵਾਲਾ ਹੀ ਹੈ। ਛੋਟੀ ਦੇ ਪਾਖੰਡਾ, ਖੱਤਰੀਆ ਇਹ ਜਿਹੜਾ ਪਖੰਡ ਜਿਹਾ ਕਰਦਾ ਇਹਨੂੰ ਛੱਡ। ਨਾਮ ਲਿਆ ਜਾਹੇ ਤਰੰਦਾ, ਵਾਹਿਗੁਰੂ ਪਰਮੇਸ਼ਰ ਦਾ ਨਾਮ ਲੈ, ਨਾਮ ਲੈ ਹੀ ਜਿਹੜਾ ਤਰਿਆ ਜਾਂਦਾ ਹੈ। ਮਹੱਲਾ ਪਹਿਲਾ, ਮਾਨਸ ਖਾਣੇ ਕਰਹਿ ਨਿਵਾਜ। ਜਿਹੜੇ ਲੋਕ ਖੱਤਰੀ ਬ੍ਰਾਹਮਣ ਆਦਿਕ ਹੋ ਕੇ ਸਬੂਤੇ ਮਨੁੱਖ ਖਾ ਜਾਂਦੇ, ਵੱਡੀਆਂ ਲੈ ਕੇ ਖਾ ਜਾਂਦੇ, ਉਹੀ ਨਿਵਾਜ ਕਰਦੇ ਤੇਰੇ ਵਰਗੇ। ਛੁਰੀ ਵਗਾਇਨ ਤਿਨ ਗਲ ਤਾਗ, ਛੁਰੀਆਂ ਚਲਾਉਂਦੇ ਐ ਤੇ ਤਿੰਨਾਂ ਬ੍ਰਾਹਮਣਾਂ ਖੱਤਰੀਆਂ ਨੇ ਗਲ ਦੇ ਵਿੱਚ ਉਹ ਧਾਗੇ ਪਾਏ ਜਨੇਊ। ਤਿਨ ਕਰ ਬ੍ਰਾਹਮਣ ਪੂਰਹਿ ਨਾਦ, ਫਿਰ ਉਹਨਾਂ ਖੱਤਰੀਆਂ ਦੇ ਘਰ ਜਾ ਕੇ ਜਿਹੜਾ ਬ੍ਰਾਹਮਣ ਹੈ ਉਹ ਨਾਦਪੂਰ ਦਾ ਸ਼ੰਖ ਵਜਾਉਂਦਾ ਹੈ। ਉਹਨਾਂ ਤੇ
ਬਿਆਵਹਿ ਓਈ ਸਾਧ। ਉਹਨਾਂ ਬਿਆਵਹਿ ਓਈ ਸਾਧ। ਉਹਨਾਂ ਬ੍ਰਾਹਮਣਾਂ ਨੂੰ ਵੀ ਤੇ ਉਹਨਾਂ ਖੱਤਰੀਆਂ ਨੂੰ ਵੀ ਫਿਰ ਉਹੋ ਜਿਹਾ ਹੀ ਸਵਾਦ ਆਉਂਦਾ ਹੈ। ਕੂੜੀ ਰਾਸ ਕੂੜਾ ਵਪਾਰ। ਤੁਹਾਡੀ ਇਹ ਜਿਹੜੀ ਰਾਸ ਹੈ, ਪੂੰਜੀ ਹੈ, ਸ਼ਰਧਾ ਰੂਪੀ ਰਾਸ, ਉਹ ਵੀ ਝੂਠੀ ਹੈ ਤੇ ਵਪਾਰ ਵੀ ਝੂਠਾ ਹੀ ਹੈ। ਕੂੜ ਬੋਲ ਕਰਹਿ ਆਹਾਰ। ਝੂਠ ਬੋਲ ਬੋਲ ਕੇ ਤੇ ਆਹਾਰ ਕਰਦੇ, ਭੋਜਨ ਛਕਣਾ ਕਰਦੇ ਹਨ। ਸ਼ਰਮ ਧਰਮ ਕਾ ਡੇਰਾ ਦੂਰ। ਇਹ ਖੱਤਰੀਆ ਜਿਹੜਾ ਸ਼ਰਮ ਕਰਨੀ, ਮਾੜੇ ਕੰਮਾਂ ਤੋਂ ਲੱਜਿਆ ਕਰਨੀ ਹੈ ਤੇ ਧਰਮ ਅਸੂਲਾਂ 'ਚ ਰਹਿਣਾ, ਇਹਦਾ ਤੇ ਡੇਰਾ ਟਿਕਾਣੇ ਦੂਰ ਹੀ ਚਲਾ ਗਿਆ ਤੇਥੋਂ। ਨਾਨਕ ਕੂੜ ਰਹਿਆ ਭਰਪੂਰ। ਮਹਾਰਾਜ ਕਹਿੰਦੇ ਵੀ ਜਿਹੜਾ ਕੂੜ ਝੂਠ ਉਹ ਤੇ ਐ ਭਰਪੂਰ ਹੋ ਰਿਹਾ, ਲਬਾ ਲਬ ਭਰਿਆ ਹੈ ਸਾਰੇ ਪਾਸੇ। ਮੱਥਾ ਟਿੱਕਾ ਤੇੜ ਧੋਤੀ ਕਖਾਈ। ਕਿਸ ਤਰ੍ਹਾਂ ਮੱਥੇ ਤੇ ਟਿੱਕਾ ਲਾਇਆ ਹੋਇਆ ਸਜਾ ਕੇ, ਤੇੜ ਜਿਹੜੀ ਧੋਤੀ ਬੰਨੀ ਹੈ ਹਿਰਮੀ ਚੀਜੇ ਰੰਗ ਦੀ। ਹੱਥ ਛੁਰੀ ਜਗਤ ਕਾਸਾਈ। ਹੱਥ ਵਿੱਚ ਪ੍ਰਗਟਿਆ ਛੁਰੀ ਫੜੀ ਹੋਈ, ਵੱਡੀ ਲੈਣ ਰੂਪੀ, ਹਿੰਸਾ ਰੂਪੀ, ਤੇ ਜਗਤ ਵਿੱਚ ਕਸਾਈ ਹੋ ਰਿਹਾ ਬੜਾ ਤਗੜਾ ਹੀ। ਨੀਲ ਵਸਤਰ ਪਹਿਰ ਹੋਵਹਿ ਪਰਵਾਨਾ। ਨੀਲੇ ਵਸਤਰ ਪਹਿਨ ਕੇ, ਮੁਸਲਮਾਨਾਂ ਵਾਲਾ ਲਿਬਾਸ ਕਰ ਕਰਕੇ ਉਹਨਾਂ ਵਿੱਚ ਤੂੰ ਪ੍ਰਮਾਣ ਹੋ ਰਿਹਾ ਹੈ, ਜਾਂ ਪ੍ਰਮਾਣ ਉਹਨਾਂ ਦੇ ਸੁਦਰਸ਼ ਹੋ ਰਿਹਾ ਹੈ। ਮਲੇਸ਼ ਧਾਨ ਲੈ ਪੂਜਹਿ ਪੁਰਾਨ। ਮਲੇਛਾਂ ਮੈਲੀ ਇੱਛਾ ਵਾਲੇ ਪਠਾਨਾਂ ਦਾ ਤੂੰ ਧਨ ਲੈਂਦਾ ਹੈ, ਅੰਨ ਲੈਂਦਾ ਹੈ, ਤੇ ਅੰਦਰ ਖਾਤੇ 18 ਪੁਰਾਣਾਂ ਦੀ ਪੂਜਾ ਕਰਦਾ, ਪੂਜਦਾ ਹੈ ਪੁਰਾਣਾਂ ਨੂੰ। ਭਾਖਿਆ ਕਾ ਕੁੱਠਾ ਬੱਕਰਾ ਖਾਣਾ। ਅਭਾਖਿਆ ਜੋ ਨਾ ਬੋਲਣ ਯੋਗ ਭਾਸ਼ਾ ਹੈ, ਭਾਵ ਕਲਮਾਂ ਪੜੀਆਂ ਹੋਈਆਂ। ਜਦੋਂ ਕਲਮਾਂ ਪੜ੍ਹਦੇ ਆ, ਇਲ ਲਿਲਾ ਬਿਸਮਿਲ੍ਲਾ ਆਦਿ ਕਲਮਾਂ ਪੜਿਆਂ ਦੇ ਨਾਲ ਜਿਹੜਾ ਕੁੱਠਾ ਕੀਤਾ ਹੋਇਆ, ਕੋਇਆ ਹੋਇਆ ਬੱਕਰਾ ਤੇ ਉਹ ਖਾਣਾ ਕਰਦੇ ਹੋ ਤੁਸੀਂ ਖੱਤਰੀ। ਚੌਕੇ ਉੱਪਰ ਕਿਸੈ ਨਾ ਜਾਣਾ। ਖਾਂਦੇ ਦੇ ਬੱਕਰਾ ਕੋਇਆ ਹੋਇਆ, ਕਲਮਾਂ ਪੜਿਆ ਹੋਇਆ, ਤੇ ਚੌਂਕੇ ਉੱਪਰ ਗੋਬਰ ਦੇ ਕੇ, ਜਿਹੜਾ ਗਾਂ ਦਾ ਗੋਬਰ ਫੇਰ ਕੇ ਚੌਂਕੇ ਉੱਪਰ ਬਣਾ ਲੈਂਦੇ ਚੌਂਕੇ ਨੂੰ, ਤੇ ਕਹਿੰਦੇ ਵੀ ਕਿਸੇ ਨੇ ਜਾਣਾ ਨਹੀਂ ਚੌਂਕੇ ਵਿੱਚ। ਦੇਖਾ ਚੌਕਾ ਕੱਢੀ ਕਾਰ। ਗਾਂ ਦੇ ਗੋਬਰ ਦਾ ਚੌਂਕਾ ਜਿਹਾ ਦੇ ਕੇ ਉਹ ਲੇਪਣ ਕਰਕੇ ਧਰਤੀ ਨੂੰ ਤੇ ਕਾਰਾਂ ਕੱਢ ਦਿੰਦੇ, ਲਕੀਰਾਂ 4 ਚੁਫੇਰੇ ਕੱਢ ਦਿੰਦੇ ਵੀ ਇਹਦੇ ਵਿੱਚ ਨਾ ਕੋਈ ਵੜੇ। ਉੱਪਰ ਆਏ ਬੈਠੇ ਕੂੜਿਆਰ। ਫਿਰ ਜਿਹੜੇ ਬ੍ਰਾਹਮਣ ਤੇ ਖੱਤਰੀ ਹੈ, ਝੂਠ ਦਾ ਘਰ ਹੀ ਉਹ ਆ ਬੈਠਦੇ ਹਨ। ਮਤ ਪਿੱਟਾ ਵੇ ਮਤ ਪਿੱਟਾ। ਦੂਜਿਆਂ ਨੂੰ ਕਹਿੰਦੇ ਮਤਾਂ ਪਿੱਟਿਆ ਜਾਵੇ, ਆ ਕੋਈ ਸਾਨੂੰ ਛੂ ਨਾ ਜਾਵੇ, ਸਾਨੂੰ ਛੂ ਨਾ ਜਾਵੇ। ਇਹੋ ਅੰਨ ਸਾਡਾ ਫਿੱਟਾ। ਇਹ ਜਿਹੜਾ ਅੰਨ ਤਿਆਰ ਕੀਤਾ ਕੋਈ ਚੌਂਕੇ 'ਚ ਨਾ ਵੜ ਜਾਵੇ, ਇਹ ਸਾਡਾ ਅੰਨ ਜਿਹੜਾ ਫਿੱਟਿਆ ਜਾਵੇਗਾ। ਤਨ ਫਿੱਟਾ ਫੇੜ ਕਰੇਣਾ। ਸਰੀਰ ਕਰਕੇ ਤੇ ਤਿਰਕਾਰੇ ਫਿੱਟੇ ਹੋਏ ਵਿਕਾਰਾਂ ਨਾਲ ਤੇ ਫਿਟਕਾਰਾਂ ਵਾਲੇ ਕੰਮ ਕਰਦੇ ਹੋ ਤੁਸੀਂ। ਮਨ ਝੂਠਾ ਚੁੱਲੀ ਭਰੇਣਾ। ਚੁੱਲੀ ਭਰੇਣ, ਮਨ ਤੇ ਝੂਠਾ ਹੈ ਉਹ ਵਿਕਾਰਾਂ ਵਿਸ਼ਿਆਂ ਨਾਲ, ਤੇ ਚੁਲੀਆਂ ਭਰ ਭਰ ਕੇ ਉਹ ਜਿਹੜਾ ਸੰਸਕ੍ਰਿਤ ਦਾ ਸ਼ਲੋਕ ਹੈ ਉਹ ਪੜ੍ਹ ਕੇ ਤੇ ਚੁਲੀਆਂ ਕਰਦੇ ਤੇ ਮੁਖ ਨੂੰ ਸੁੱਚਾ ਕਰਦੇ ਹੋ, ਸਰੀਰ ਕਰਕੇ ਝੂਠੇ ਹੋ। ਕਹੋ ਨਾਨਕ ਸੱਚ ਧਿਆਈਐ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਖੱਤਰੀਆ ਜਿਹੜਾ ਸੱਚ ਹੈ ਨਾ ਪਰਮੇਸ਼ਰ ਦਾ ਨਾਮ, ਉਹਨੂੰ ਧਿਆਈਏ। ਸੋਚ ਹੋਵੇ ਤਾਂ ਸੱਚ ਪਾਈਐ। ਜਾਂ ਸੱਚ ਹੋਵੇ, ਇੱਥੇ ਜਿੱਥੇ ਤਾਂ ਆਉਂਦਾ ਉੱਥੇ ਜਾਂ ਵੀ ਆ ਜਾਂਦਾ ਹੈ। ਉਹ ਜਿੱਥੇ ਤਾਂ ਹੋਗਾ ਉੱਥੇ ਜਾਂ ਵੀ ਨਾਲ ਲੱਗਦਾ ਹੈ। ਜਿੱਥੇ ਤਾਵ ਉੱਥੇ ਜਾਵ, ਜਿੱਥੇ ਜਾਵ ਉੱਥੇ ਤਾਵ। ਜਿਵੇਂ ਜਿੱਥੇ ਸੱਚ ਹੈ ਉੱਥੇ ਸਤ ਸੰਤੋਖ ਦਇਆ ਧਰਮ ਨਾਲ ਸਭ ਆ ਜਾਣੇ। ਜਿੱਥੇ ਝੂਠ ਆ ਜਾਵੇਗਾ ਉੱਥੇ ਨਾਲ ਛਲ ਫਰੇਬ ਠੱਗੀ ਇਹ ਸਾਰੇ ਉਹਦੇ ਸੰਗੀ ਸਾਥੀ ਨਾਲ ਹੀ ਆ ਜਾਣੇ, ਉਹਨਾਂ ਦਾ ਕਥਨ ਨਾਲ ਹੀ ਲੱਗ ਜਾਣਾ ਹੈ। ਜਿੱਥੇ ਤਾਂ ਹੋਵੇ ਉੱਥੇ ਜਾਂ ਵੀ ਹੁੰਦਾ ਹੈ। ਜਾਂ ਸੱਚ, ਜੇ ਸੱਚ ਹੋਵੇ ਤਾਂ ਸੁੱਚ ਪਾਈਦੀ ਹੈ ਅੰਦਰ ਦੀ। ਇਸੇ ਤਰ੍ਹਾਂ ਸੁੱਚ ਹੋਵੇ ਤਾਂ ਸੱਚ ਪਾਈਏ। ਜੇ ਸੁੱਚ ਹੋਵੇ ਅੰਦਰ ਬਾਹਰ ਦੀ
ਤਾਂ ਜਿਹੜਾ ਸੱਚ ਪਰਮੇਸ਼ਰ ਹੈ ਉਸ ਨੂੰ ਪਾਈਦਾ ਹੈ। ਜੇ ਬਾਹਰੋਂ ਗੰਦੇ ਆ ਅੰਦਰੋਂ ਬੜੇ ਸਾਫ਼ ਬਣੇ ਫਿਰਦੇ ਤਾਂ ਵੀ ਗੱਲ ਨਹੀਂ ਹੈ। ਸਰੀਰ ਕਰਕੇ ਬਾਹਰੋਂ ਵੀ ਸ਼ੁੱਧੀ ਰੱਖਣੀ ਹੈ, ਮਨ ਕਰਕੇ ਵੀ ਸ਼ੁੱਧੀ ਰੱਖਣੀ ਹੈ, ਫਿਰ ਸੱਚ ਪਰਮੇਸ਼ਰ ਨੂੰ ਪਾ ਲਈਦਾ ਹੈ। ਇਸੇ ਤਰ੍ਹਾਂ ਤਾਂ ਜਾਂ ਸੱਚ, ਜੇ ਸੱਚ ਪਰਮੇਸ਼ਰ ਨੂੰ ਪਾਈਏ ਤਾਂ ਅੰਦਰ ਬਾਹਰ ਦੀ ਸੁੱਧ ਹੁੰਦੀ ਹੈ, ਨਹੀਂ ਤੇ ਕਰਮ ਕਿਰਿਆ ਨਾਲ ਸ਼ੁੱਧੀ ਨਹੀਂ ਹੁੰਦੀ। ਚੌਪਈ ਸੁਨ ਸਤਿਗੁਰ ਤੇ ਤਰਕ ਸਮੇਤਾ। ਸਤਿਗੁਰੂ ਨਾਨਕ ਸਾਹਿਬ ਜੀ ਤੋਂ ਇਹ ਬਚਨ ਉਪਦੇਸ਼ ਦਾ ਸੁਣ ਕੇ ਖੱਤਰੀ ਪਰਿਓ ਚਰਨਾ ਖਤਰੀ ਚਿਤ ਚੇਤਾ। ਇਹ ਜਿਹੜਾ ਖੱਤਰੀ ਹੈ ਚਿੱਤ ਵਿੱਚ ਚੇਤੇ ਕਰਕੇ ਸਮਝ ਕੇ ਹੋਸ਼ ਕਰਕੇ ਗੁਰੂ ਜੀ ਦੇ ਚਰਨੀ ਪੈ ਗਿਆ ਹੈ। ਮੈਂ ਭੁੱਲੋ ਤੁਮ ਮਾਰਗ ਪਾਇਓ। ਮਹਾਰਾਜ ਮੈਂ ਤੇ ਭੁੱਲ ਗਿਆ ਸਾਂ, ਤੁਸਾਂ ਨੇ ਮੈਨੂੰ ਸੱਚੇ ਮਾਰਗ ਦੇ ਪਾ ਦਿੱਤਾ ਹੈ। ਧਨ ਲਾਲਚ ਤੇ ਚਿਤ ਬਿਰਮਾਇਓ। ਗੁਰੂ ਜੀ ਆ ਧਨ ਦੇ ਲਾਲਚ ਕਰਕੇ ਮੇਰਾ ਚਿੱਤ ਜਿਹੜਾ ਭਰਮ ਗਿਆ ਸੀ, ਇਸੇ ਕਰਕੇ ਗਾਂ ਨੂੰ ਤੇ ਬ੍ਰਾਹਮਣ ਨੂੰ ਮੈਂ ਟੈਕਸ ਲਾਈ ਜਾਂਦਾ ਸੀ। ਹੇਰ ਕਿਰਪਾ ਕਰ ਨਾਮ ਦ੍ਰਿੜਾਵਾ। ਤੁਸਾਂ ਨੇ ਆ ਕਿਰਪਾ ਕੀਤੀ ਹੈ ਤੇ ਮੈਨੂੰ ਨਾਮ ਪੱਕਿਆਂ ਕਰਾ ਦਿੱਤਾ ਹੈ। ਗੁਰੂ ਮਹਾਰਾਜ ਨੇ ਕਿਰਪਾ ਦੀ ਨਜ਼ਰ ਨਾਲ ਦੇ ਕੇ ਖੱਤਰੀ ਦੇ ਮਨ ਵਿੱਚ ਨਾਮ ਪੱਕਿਆ ਹੀ ਕਰ ਦਿੱਤਾ ਹੈ। ਤਰਿਓ ਕਸ਼ਟ ਤੇ ਮੋਹ ਨਸਾਵਾ। ਜਿਹੜਾ ਜੰਮਣ ਮਰਨ ਦਾ ਕਸ਼ਟ ਕਲੇਸ਼ ਹੈ ਉਹਦੇ ਨਾਸ ਹੋ ਗਿਆ, ਮੋਹ ਤੋਂ ਵੀ ਉੱਠ ਪਿਆ ਤਰ ਪਿਆ ਹੈ। ਬਹਰ ਗਏ ਉਦਿਆਨ ਮਝਾਰਾ। ਬਾਅਦ ਵਿੱਚ ਗੁਰੂ ਨਾਨਕ ਸਾਹਿਬ ਜੀ ਉਹ ਜੰਗਲ ਵਿੱਚ ਹੀ ਚਲੇ ਗਏ ਵਾਪਸ। ਵੈਸੇ ਤਹ ਜਗ ਗੁਰ ਕਰਤਾਰਾ। ਜੋ ਗੁਰੂ ਮਹਾਰਾਜ ਕਰਤਾਰ ਪਰਮੇਸ਼ਰ ਹੈ, ਜਗਤ ਦੇ ਮਾਲਕ ਹੈ, ਉਹ ਉੱਥੇ ਜੰਗਲ ਵਿੱਚ ਜਾ ਕੇ ਗੁਰੂ ਜੀ ਬੈਠ ਗਏ ਹਨ, ਬਿਰਾਜਮਾਨ ਹੋ ਗਏ। ਇਹ ਖੱਤਰੀ ਨੂੰ ਜਿਹੜਾ ਉਪਦੇਸ਼ ਕੀਤਾ ਹੈ ਇਹ ਸ਼ਬਦ ਦੇ ਰਾਹੀਂ ਉਹ ਸਿੱਧੇ ਰਾਹ ਪੈ ਕਰਕੇ ਗੁਰੂ ਜੀ ਦੇ ਚਰਨਾਂ ਨਾਲ ਜੁੜ ਗਿਆ ਹੈ। ਇਸ ਤਰ੍ਹਾਂ ਗੁਰੂ ਜੀ ਦਾ ਮਹਾਨ ਪਾਵਨ ਪਵਿੱਤਰ ਕਥਾ ਦਾ ਪ੍ਰਸੰਗ ਆਇਆ ਹੈ। ਅੱਗੇ ਜਿਵੇਂ ਕਥਾ ਵਿਚਾਰ ਆਵੇਗੀ ਆਪਾਂ ਸਰਵਣ ਕਰਾਂਗੇ। ਹੁਣ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਣਾ ਤੇ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ ਹੈ ਜੀ। ਹੇਰ ਕਿਰਪਾ ਕਰ ਨਾਮ ਦ੍ਰਿੜਾਵਾ। ਤਰਿਓ ਕਸ਼ਟ ਤੇ ਮੋਹ ਨਸਾਵਾ। ਬਹਰ ਗਏ ਉਦਿਆਨ ਮਝਾਰਾ। ਵੈਸੇ ਤਹ ਜਗ ਗੁਰ ਕਰਤਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।